स्वागत है BTC न्यूज़ ਵਿੱਚ ਸਾਰੇ ਦਰਸ਼ਕਾਂ ਦਾ। ਤਾਂ ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਲਗਭਗ ਪੂਰੇ ਮੁਲਕ ਦੇ ਵਿੱਚ ਦੋ ਗੱਲਾਂ ਤੇ ਚਰਚਾ ਬਹੁਤ ਹੋ ਰਹੀ ਹੈ, ਇੱਕ ਬਰਸਾਤ ਤੇ ਦੂਜਾ GST ਤੇ। ਲੋਕ ਪਕੌੜੇ ਜ਼ਰੂਰ ਖਾ ਰਹੇ ਨੇ, ਕਹਿੰਦੇ ਨੇ ਜਿਹੜੀ ਬਰਸਾਤ ਪੈ ਰਹੀ ਹੈ ਬਰਸਾਤ ਦਾ ਆਨੰਦ ਲਓ, GST ਜਦੋਂ ਲਾਗੂ ਹੋਗੀ ਪਤਾ ਨਹੀਂ ਪਕੌੜੇ ਖਾਣ ਨੂੰ ਵੀ ਮਿਲਣਗੇ ਕਿ ਨਹੀਂ ਮਿਲਣਗੇ। ਔਰ ਬਹੁਤ ਸਾਰੇ ਲੋਕਾਂ ਦੇ ਕੁਐਰੀਜ਼ ਸਾਡੇ ਕੋਲ ਆਈਆਂ ਨੇ ਕਿ ਸਾਨੂੰ ਘੱਟੋ ਘੱਟ ਇਹ ਤਾਂ ਦੱਸੋ ਇਹ ਸ਼ੈ ਕੀ ਹੈ GST, ਇਹ ਕਿੰਨਾ ਕੁ ਲਾਗੂ ਹੋਣਾ ਹੈ, ਕਿਸ ਤੇ ਲਾਗੂ ਹੋਣਾ ਹੈ, ਔਰ ਜੇ ਅਸੀਂ ਬਾਜ਼ਾਰ ਦੇ ਵਿੱਚ ਅੱਜ 1000 ਰੁਪਏ ਦੀ ਚੀਜ਼ ਖਰੀਦਦੇ ਹਾਂ ਤਾਂ 1 ਜੁਲਾਈ ਤੋਂ ਬਾਅਦ ਉਹ 1000 ਰੁਪਏ ਦਾ ਕਿੰਨਾ ਕੁ ਵਧੇਗਾ ਜਾਂ ਘਟੇਗਾ। ਬਹੁਤ ਸਾਰੇ ਆਮ ਲੋਕਾਂ ਤੋਂ ਇਲਾਵਾ ਵਪਾਰੀ ਵਰਗ ਬੜਾ ਚਿੰਤਾ ਦੇ ਵਿੱਚ ਹੈ। ਵਪਾਰੀ ਵਰਗ ਸੜਕਾਂ ਤੇ ਵੀ ਉਤਰਿਆ ਕਿ ਘੱਟੋ ਘੱਟ GST ਨੂੰ ਸਾਡੇ ਉੱਤੇ ਲਾਗੂ ਨਾ ਕਰੋ, ਬਾਕੀ ਜਿਸ ਮਰਜ਼ੀ ਤੇ ਲਾਗੂ ਕਰੋ। ਕੁਝ ਲੋਕ ਕਹਿੰਦੇ ਨੇ ਕਿ ਸਮਝ ਨਹੀਂ ਆ ਰਹੀ ਤੇ ਕੁਝ ਲੋਕ ਕਹਿੰਦੇ ਨੇ ਸਮਝ ਆਣੀ ਵੀ ਨਹੀਂ ਚਾਹੀਦੀ। ਇਹ ਕਿਉਂ ਕਹਿ ਰਹੇ ਨੇ ਕਿ ਸਮਝ ਆਣੀ ਵੀ ਨਹੀਂ ਚਾਹੀਦੀ, ਇਸ ਤੇ ਵੀ ਚਰਚਾ ਕਰਾਂਗੇ। ਇੱਕ ਵੱਡਾ ਪੈਨਲ ਲੈ ਕੇ ਆਏ ਹਾਂ, ਮਾਹਰਾਂ ਦਾ ਪੈਨਲ ਹੈ ਜਿਹੜਾ ਸਾਨੂੰ ਸਰਲ ਤਰੀਕੇ ਨਾਲ ਸਮਝਾਏਗਾ ਕਿ ਆਖਰਕਾਰ ਇਹ GST ਸ਼ੈ ਕੀ ਹੈ। ਸਭ ਤੋਂ ਪਹਿਲਾਂ ਜਾਣ ਪਛਾਣ ਕਰਾ ਦਈਏ, ਫਿਰ ਅੱਗੇ ਵਧਦੇ ਹਾਂ। ਟਾਈਗਰ ਭਵਮੀਤ ਸਿੰਘ ਚੰਡੋਕ ਸਾਡੇ ਨਾਲ ਮੌਜੂਦ ਨੇ। ਲਾਸਟ ਡਿਬੇਟ ਦੇ ਵਿੱਚ ਵੀ ਅਸੀਂ ਇਹਨਾਂ ਤੋਂ ਰਾਏ ਲਈ ਸੀ। ਇਹ ਬਹੁਤ ਜ਼ੋਰਾਂ ਸ਼ੋਰਾਂ ਦੇ ਨਾਲ GST ਦੀ ਹੱਕ ਦੇ ਵਿੱਚ ਖੜਦੇ ਨੇ। ਕੇਸ਼ਵ ਗਰਗ ਜੀ GST ਦੇ ਮਾਹਰ ਨੇ, ਅੱਜ ਕੱਲ੍ਹ ਬਹੁਤ ਬਿਜ਼ੀ ਨੇ, ਬੜੀ ਮੁਸ਼ਕਿਲ ਨਾਲ ਟਾਈਮ ਕੱਢ ਕੇ ਸਾਡੇ ਤੱਕ ਪਹੁੰਚੇ ਨੇ। ਦਿਨੇਸ਼ ਦੂਆ ਸਾਹਿਬ ਮੌਜੂਦ ਨੇ, ਚੇਅਰਮੈਨ CII ਨਾਰਥ ਹਾਇਰ ਐਜੂਕੇਸ਼ਨ। ਦੂਆ ਸਾਹਿਬ ਜਦੋਂ ਪਿਛਲੀ ਡਿਬੇਟ ਹੋਈ ਸੀ ਇਹਨਾਂ ਨੇ ਬੜੇ ਹਾਮੀ ਨਾਲ ਕਿਹਾ ਸੀ ਕਿ GST ਰੰਗ ਬਦਲ ਦੇਗੀ। ਰੰਗ ਵਾਕਈ ਹੁਣ ਬਦਲਦੇ ਹੋਏ ਨਜ਼ਰ ਆ ਰਹੇ ਨੇ, ਉਹ ਹੁਣ ਪਤਾ ਨਹੀਂ ਕਿਸ ਤਰ੍ਹਾਂ ਦੇ ਰੰਗ ਬਦਲ ਰਹੇ ਨੇ। ਔਰ ਰਜਤ ਮਲਹੋਤਰਾ ਸਾਹਿਬ ਨੇ, ਕਨਵੀਨਰ ਵੀ ਨੇ CHP ਦੇ ਔਰ ਇੱਕ ਬਿਜ਼ਨਸਮੈਨ ਵੀ ਨੇ। ਬਿਜ਼ਨਸ ਇਹਨਾਂ ਦਾ ਅਜਿਹਾ ਹੈ ਜਿਸ ਤੇ ਸਭ ਤੋਂ ਵੱਡੀ ਮਾਰ ਪਈ ਹੈ ਔਰ ਥੋੜੇ ਜਿਹੇ ਸੈਡ ਨੇ। ਚਲੋ ਉਮੀਦ ਕਰਦੇ ਹਾਂ ਕਿ ਇਹ ਸਾਰਾ ਕੁਝ ਦੂਰ ਹੋ ਜਾਏ। ਮੈਂ ਸ਼ੁਰੂਆਤ ਤੁਹਾਡੇ ਤੋਂ ਹੀ ਕਰਦਾ, ਰਜਤ ਮਲਹੋਤਰਾ ਜੀ। ਮਲਹੋਤਰਾ ਸਾਹਿਬ, ਜਿਹੜਾ GST ਹੁਣ ਆ ਰਿਹਾ, ਜਦੋਂ ਇਹ ਪਹਿਲਾਂ ਗੱਲ ਕਹੀ ਜਾ ਰਹੀ ਸੀ ਕਿ ਬਹੁਤ ਸਾਰੇ ਟੈਕਸਿਸ ਨੇ ਜਿਸ ਕਰਕੇ ਵਪਾਰੀ ਵਰਗ, ਆਮ ਦੁਕਾਨਦਾਰ ਜਾਂ ਫਿਰ ਇੱਕ ਉਦਯੋਗਪਤੀ ਵੀ ਇਹਨਾਂ ਟੈਕਸਾਂ ਦੇ ਵਿੱਚ ਉਲਝ ਕੇ ਰਹਿ ਜਾਂਦਾ ਹੈ। ਸਰਕਾਰ ਨੇ ਸਰਲਤਾ ਲਿਆਉਣ ਦੇ ਲਈ GST ਬਣਾਇਆ, ਇੱਕ ਨਾਰਾ ਦਿੱਤਾ, ਇੱਕ ਮੁਲਕ ਇੱਕ ਟੈਕਸ। ਹਾਲਾਂਕਿ ਉਹ ਨਾਰਾ ਇਸ ਚੀਜ਼ ਦੇ ਨਾਲ ਪੂਰੀ ਤਰ੍ਹਾਂ ਟੁਕਦਾ ਜਾਂ ਨਹੀਂ ਟੁਕਦਾ, ਇਸ ਤੇ ਵੀ ਬੜੇ ਸਾਰੇ ਪ੍ਰਸ਼ਨ ਚਿੰਨ੍ਹ ਨੇ। ਪਰ ਜੇ ਤੁਹਾਨੂੰ GST ਤੁਹਾਡੇ ਤੇ ਲਾਗੂ ਕਰ ਦਿੱਤਾ ਜਾਂਦਾ, ਟੈਕਸ ਤਾਂ ਤੁਸੀਂ ਆਲਰੇਡੀ ਭਰ ਰਹੇ ਸੀ, GST ਭਰਨ ਤੇ ਤੁਹਾਨੂੰ ਦਿੱਕਤ ਕੀ ਹੈ? GST ਭਰਨ ਤੇ ਸਰ ਸਭ ਤੋਂ ਪਹਿਲਾਂ ਬਿਕਾਜ਼ ਜਿਹੜਾ ਕਾਊਂਟਿੰਗ ਤੱਕ ਕੰਪਲਿਕੇਟਡ ਹੋ ਜਾਏਗੀ ਬਹੁਤ ਜ਼ਿਆਦਾ। ਇੱਕ ਦੁਕਾਨਦਾਰ ਨੂੰ ਇੰਨਾ ਟਾਈਮ ਨਹੀਂ ਹੁੰਦਾ ਵੀ ਇੱਕ ਕੰਪਲਿਕੇਟ ਅਕਾਊਂਟਿੰਗ ਦੇਖ ਪਾਏ। ਹਾਲ ਤੱਕ ਕੀ ਹੁੰਦਾ ਸੀ, ਇੱਕ ਪਾਰਟ ਟਾਈਮ ਅਕਾਊਂਟੈਂਟ ਛੋਟੇ ਬਿਜ਼ਨਸਮੈਨ ਰੱਖਦੇ ਸੀਗੇ, ਉਹ ਆਪਣਾ ਹਫਤੇ 'ਚ ਇੱਕ ਵਾਰ ਆਇਆ, ਮਹੀਨੇ 'ਚ ਇੱਕ ਵਾਰ ਆਇਆ, 10 ਬਿੱਲ ਹੋਏ ਚੜਾਤੇ। ਹੁਣ ਕਿਉਂਕਿ ਇਨਪੁਟ ਟੈਕਸ ਕ੍ਰੈਡਿਟ ਲੈਣਾ ਹੈ, ਉਹਨੂੰ ਸਾਰਾ ਕੁਝ ਧਿਆਨ ਆਪਣਾ ਐਂਟਰੀ ਕਰਾਉਣੀ ਪੈਣੀ ਹੈ, ਐਵਰੀ ਡੇ ਦੇ ਹਿਸਾਬ ਨਾਲ ਬਿਲਿੰਗ ਕਰਾਉਣੀ ਪੈਣੀ ਹੈ, ਬਿਲਿੰਗ ਨੂੰ ਆਨਲਾਈਨ ਕਰਨਾ ਪੈਣਾ। ਤੇ ਇੱਕ ਛੋਟੇ ਦੁਕਾਨਦਾਰ ਨੂੰ ਇੰਨਾ ਟਾਈਮ ਵੀ ਨਹੀਂ ਹੁੰਦਾ ਤੇ ਨਾ ਹੀ ਇੰਨੀ ਸਮਝ ਹੈ। ਉਹਨੂੰ ਡੈਫੀਨੇਟਲੀ ਜਿਸ ਦੀ ਟਰਨਓਵਰ ਘੱਟ ਹੈ ਉਹਨੂੰ ਇੱਕ ਪ੍ਰੋਫੈਸ਼ਨਲ ਨੂੰ ਹਾਇਰ ਕਰਨਾ ਪੈਣਾ। ਪ੍ਰੋਫੈਸ਼ਨਲ ਦੀ ਫੀਸ ਉਸਦੀ ਵੱਧ ਗਈ, ਚਾਰजेस ਵੱਧ ਗਏ। ਤੇ ਵੱਡੀ ਗੱਲ ਹਾਲੇ ਤੱਕ ਉਹਨੂੰ ਕਲੈਰਿਟੀ ਨਹੀਂ ਹੈ ਬੇਸਿਕਲੀ ਵੀ what is this GST, ਮਤਲਬ ਹੈ ਕੀ GST। ਬਿਕਾਜ਼ GST ਦੇ ਬਾਰੇ ਜੇ ਤੁਸੀਂ ਜਾਣੋ ਰੋਜ਼ ਕੋਈ ਨਵੀਂ ਸਟੇਟਮੈਂਟ ਆ ਜਾਂਦੀ ਹੈ ਤਾਂ ਉਸ ਕਰਕੇ ਉਹ ਜ਼ਿਆਦਾ ਕਨਫਿਊਜ਼ਡ ਹੈ, ਉਹਨੂੰ ਕਲੈਰਿਟੀ ਬਿਲਕੁਲ ਨਹੀਂ, ਇਸ ਕਰਕੇ ਉਹ ਜ਼ਿਆਦਾ ਪ੍ਰੋਬਲਮ 'ਚ ਹੈ। ਠੀਕ ਹੈ, ਇੱਕ ਗੱਲ ਮੈਨੂੰ ਦੱਸੋ, ਤੁਹਾਨੂੰ ਪ੍ਰੋਬਲਮ ਇਹ ਹੈ ਕਿ ਤੁਹਾਨੂੰ ਸਮਝ ਨਹੀਂ ਆ ਰਹੀ ਜਾਂ ਤੁਹਾਡਾ ਕੰਮ ਵੱਧ ਜਾਏਗਾ, ਜਾਂ ਪ੍ਰੋਬਲਮ ਇਹ ਹੈ ਕਿ GST ਦੇ ਨਾਲ ਤੁਹਾਡਾ ਖਰਚਾ ਵੱਧ ਜਾਏਗਾ? GST ਨਾਲ ਸਰ ਇੱਕ ਤਾਂ ਸਾਨੂੰ ਪ੍ਰੋਬਲਮ ਪੇਪਰ ਵਰਕ ਤੋਂ ਨੰਬਰ 1 ਹੈਗੀ ਹੈ। ਨੰਬਰ 2 ਕੰਮ ਤੇ ਡੈਫੀਨੇਟਲੀ ਫਰਕ ਪਏਗਾ ਬਿਕਾਜ਼ ਜਿਹੜਾ ਦਾ ਬਿਜ਼ਨਸਮੈਨ ਇਸ ਸੈਗਮੈਂਟ 'ਚ ਪ੍ਰੋਪਰਲੀ ਐਂਟਰ ਕਰ ਗਿਆ ਉਹਨੂੰ ਤਾਂ ਸਾਰੀ ਆਪਣਾ ਕੰਪਾਈਲੇਸ਼ਨ ਕਰਨੀ ਪੈਣੀ ਹੈ। ਲੇਕਿਨ ਬਥੇਰੇ ਦੁਕਾਨਦਾਰ ਹਨ ਜਿਹੜੇ ਇਸ ਸੈਟਅਪ 'ਚ ਨਹੀਂ ਜਿਹੜੇ ਫਿੱਟ ਆ ਪਾਉਂਦੇ, ਉਹ ਡੈਫੀਨੇਟਲੀ ਇੱਕ ਟੱਕਰ ਪਏਗੀ ਉਹਨਾਂ ਨਾਲ ਤੇ ਉਹ ਥੋੜੀ ਦਿੱਕਤ, ਉਹ ਕੰਪੀਟੀਸ਼ਨ ਰਹੇਗਾ ਬਹੁਤ ਜ਼ਬਰਦਸਤ। ਠੀਕ ਹੈ। ਦੂਆ ਸਾਹਿਬ, ਮੈਨੂੰ ਇੱਕ ਲੇਮੈਨ ਦੀ ਭਾਸ਼ਾ, ਸਰਲ ਭਾਸ਼ਾ 'ਚ ਸਮਝਾਇਓ, ਕਿਉਂਕਿ ਅਸੀਂ ਜਿਹੜੀਆਂ ਪਹਿਲੇ ਡਿਬੇਟਸ ਕੀਤੀਆਂ ਕਾਫੀ ਸਾਰੀ ਟੈਕਨੀਕਲ ਲੈਂਗੁਏਜਿਸ ਉਹਦੇ 'ਚ ਯੂਜ਼ ਹੋਈਆਂ, ਵੀ ਇੱਕ ਲੇਮੈਨ ਨੂੰ ਸਮਝ ਆ ਜਾਏ ਕਿ GST ਹੈ ਕੀ ਹੈ, ਇਹ ਮੈਨੂੰ ਸਮਝਾ ਦਿਓ ਤੁਸੀਂ। ਦੇਖੋ ਜੀ, ਇਹ ਜਿਹੜਾ ਜੰਤੂ ਹੈ, ਜਾਨਵਰ ਹੈ, ਗੁੱਡਸ ਐਂਡ ਸਰਵਿਸਿਜ਼ ਟੈਕਸ ਹੈ ਜੀ। ਇਹ ਗੁੱਡਸ ਐਂਡ ਸਰਵਿਸਿਜ਼ ਟੈਕਸ ਜਿਹੜਾ 123 ਦੇਸ਼ਾਂ ਦੇ ਵਿੱਚ ਲਾਗੂ ਹੋ ਚੁੱਕਾ ਹੈ, ਇਨਕਲੂਡਿੰਗ US UK। ਉੱਥੇ ਵੀ ਐਗਜ਼ੈਕਟਲੀ ਇਹੋ ਹੀ ਇਸ਼ੂਜ਼ ਨੇ ਜੋ ਇਹਨਾਂ ਨੇ ਕਹੀਆਂ ਕਿ ਛੋਟੇ ਤੋਂ ਛੋਟਾ ਵਪਾਰੀ ਹੈਗਾ ਤੇ ਵੱਡੇ ਤੋਂ ਵੱਡਾ ਬਿਜ਼ਨਸਮੈਨ ਹੈਗਾ, ਮੈਨੂਫੈਕਚਰਿੰਗ ਇੰਡਸਟਰੀ। ਪਰ ਦੂਆ ਸਾਹਿਬ, ਆਪਾਂ ਹਾਲਾਤਾਂ ਨੂੰ ਥੋੜਾ ਜਿਹਾ ਧਿਆਨ ਦੇ ਵਿੱਚ ਰੱਖੀਏ। ਦੱਸ ਰਿਹਾ ਤੁਹਾਨੂੰ, ਉੱਥੋਂ ਦੇ ਹਾਲਾਤ, ਉੱਥੋਂ ਦੇ ਲੋਕ, ਉੱਥੋਂ ਦੀਆਂ ਜਿਹੜੇ ਸਾਰੀਆਂ ਚੀਜ਼ਾਂ ਨੇ। ਸਰ ਬੰਗਲਾਦੇਸ਼ ਸਾਡੇ ਤੋਂ ਛੋਟਾ ਕੰਟਰੀ ਹੈ, ਸਾਡੇ ਤੋਂ ਬੈਕਵਰਡ ਕੰਟਰੀ ਹੈ, ਉੱਥੇ ਵੀ GST ਹੈ। ਸੋ ਡੋਂਟ ਫੋਰਗੇਟ ਦੈਟ। ਮੈਂ ਸਿਰਫ ਵੈਸਟ ਦੀ ਗੱਲ ਨਹੀਂ ਕਰ ਰਿਹਾ, ਮੈਂ ਤਾਂ ਹੀ ਕਹਿ ਰਿਹਾ ਡਿਵੈਲਪਿੰਗ ਕੰਟਰੀਜ਼ ਦੀ ਵੀ ਗੱਲ ਕਰ ਰਿਹਾ। ਠੀਕ ਹੈ, ਫੈਕਟਸ ਐਂਡ ਫਿਗਰਸ ਲੈ ਕੇ ਚੱਲੀਏ। ਸਭ ਤੋਂ ਪਹਿਲੇ ਜੀ ਮੈਂ ਇਹਨਾਂ ਦਾ ਜਿਹੜਾ ਮਿਥ ਹੈਗਾ ਉਹਨੂੰ ਤੋੜਨਾ ਚਾਹਾਂਗਾ
20 ਲੱਖ ਰੁਪਏ ਤੱਕ ਅਗਰ ਤੁਹਾਡਾ ਟਰਨਓਵਰ ਹੈਗਾ ਯੂ ਡੋਂਟ ਹੈਵ ਟੂ ਹੈਵ GST ਰਜਿਸਟ੍ਰੇਸ਼ਨ ਖਤਮ ਠੀਕ ਹੈ ਜੀ ਪੁਆਇੰਟ ਨੰਬਰ 1 ਅਗਰ ਤੁਸੀਂ ਕੰਪੋਜ਼ਿਟ ਹੋ ਯਾਨੀ ਕਿ ਤੁਸੀਂ ਇਨਪੁਟ ਆਊਟਪੁੱਟ ਕ੍ਰੈਡਿਟ ਲੈਣਾ ਹੈ B2C ਦੇ ਵਿੱਚ ਤੇ 75 ਲੱਖ ਲਿਮਿਟ ਹੈਗੀ ਹੈ ਠੀਕ ਹੈ ਜੀ ਤੁਹਾਨੂੰ GST ਦੀ ਕੋਈ ਜ਼ਰੂਰਤ ਹੀ ਨਹੀਂ ਹੈਗੀ ਹੈ अगर उस अगली उससे आ जाइए हसमुख आदिया जी जो रेवेन्यू सैकटरी ने उन्होंने आज तो 7 दिन पहले CIA ਦੇ ਨਾਲ 1 ਘੰਟਾ ਇੰਟਰੈਕਸ਼ਨ ਕੀਤੀ ਸਵਾਲਾਂ ਦੇ ਜਵਾਬ ਦਿੱਤੇ ਬੜੇ ਸਿੰਪਲ ਪਲੇਨ ਹਿੰਦੀ ਤੇ ਅੰਗਰੇਜ਼ੀ ਦੇ ਵਿੱਚ ਅੱਛਾ ਬੜਾ ਸਿੰਪਲ ਜਿਹਾ ਕਿ ਜਿੱਦਾਂ ਤੁਸੀਂ ਮੈਨੂੰ ਸਵਾਲ ਪੁੱਛਿਆ ਉਦਾਂ ਹੀ ਸਵਾਲ ਉਹਨਾਂ ਨੂੰ ਪੁੱਛੇ ਗਏ ਉਹਨਾਂ ਨੇ ਬੜਾ ਇਹ ਕਿਹਾ ਕਿ ਅਗਰ ਤੁਸੀਂ GST ਰਜਿਸਟਰਡ ਹੋ ਗਏ ਹੋ ਉਹ ਲਿਮਿਟਸ ਪਾਰ ਕਰ ਗਏ ਹੋ ਤੁਸੀਂ ਮਹੀਨੇ ਦੇ ਵਿੱਚ ਇੱਕ ਵਾਰੀ 10 ਤਰੀਕ ਨੂੰ B2C ਦੇ ਵਿੱਚ ਮਤਲਬ ਬਿਜ਼ਨਸ ਟੂ ਕੰਜ਼ਿਊਮਰ ਦੇ ਵਿੱਚ ਤੁਸੀਂ ਸਿਰਫ ਕੰਸੋਲੀਡੇਟਡ ਆਪਣਾ ਬਿਲਿੰਗ ਦੇਣੀ ਹੈ ਔਰ ਕੁਝ ਵੀ ਨਹੀਂ ਦੇਣਾ ਐਂਡ ਆਫ ਦ ਸਟੋਰੀ ਜੀ ਜਿਹੜਾ B2B ਹੈ ਮਤਲਬ ਬਿਜ਼ਨਸ ਟੂ ਬਿਜ਼ਨਸ ਮੈਨੂਫੈਕਚਰਿੰਗ ਪ੍ਰਿੰਸੀਪਲ ਟੂ ਪ੍ਰਿੰਸੀਪਲ ਜਿਹਨੂੰ ਆਪਾਂ ਕਹਿੰਦੇ ਆ ਉਹਦੇ ਵਿੱਚ ਤੁਹਾਨੂੰ ਸਾਰੇ ਡਿਟੇਲ ਦੇਣੇ ਪੈਣਗੇ ਔਰ ਆਪਣੀ ਜਿਹੜੀ ਇਨਵੋਇਸਿੰਗ ਹੈਗੀ ਹੈ ਤੁਹਾਡੀ ਜਿਹੜੀ ਤੁਸੀਂ ਬਿੱਲ ਕੱਟਦੇ ਹੋ ਸੇਲ ਦਾ ਉਹ ਦੇਣਾ ਪਏਗਾ ਇਨਪੁਟ ਆਟੋਮੈਟਿਕਲੀ ਅਗਰ ਉਹ ਤੁਹਾਡਾ ਵੈਂਡਰ ਜਿਸ ਤੋਂ ਤੁਸੀਂ ਸਪਲਾਈ ਲੈ ਰਹੇ ਹੈਗੇ ਉਹਦੀ ਰਜਿਸਟ੍ਰੇਸ਼ਨ ਮਸਟ ਹੈ ਜੀ ਉਹ ਐਸਕੇਪ ਨਹੀਂ ਕਰ ਸਕਦਾ ਅਗਰ ਉਹ ਟਰਨਓਵਰ ਤੋਂ ਉੱਤੇ ਹੈ ਉਹ ਪਹਿਲਾਂ ਹੋ ਰਹੀ ਸੀ ਕਿ ਨਹੀਂ ਹੋ ਰਹੀ ਸੀ ਉਹ ਨਹੀਂ ਜੀ ਹੁਣ ਹੋਈ ਹੈ ਉਹ ਹੁਣ ਹੋਈ ਹੈ ਹੁਣ ਹੋਇਆ ਕੀ ਹੈ ਜੀ 50 ਤਰ੍ਹਾਂ ਦੇ ਟੈਕਸ ਹੈਗੇ ਨੇ ਕੁਝ ਸੈਂਟਰਲ ਹੈਗੇ ਨੇ ਕੁਝ ਸਟੇਟ ਹੈਗੇ ਨੇ ਸੈਂਟਰਲ ਐਕਸਾਈਜ਼ ਹੈਗੀ ਹੈ ਤੁਸੀਂ ਸੋਚ ਨਹੀਂ ਸਕਦੇ ਕਿੰਨੀ ਕਰਪਸ਼ਨ ਹੈ ਕਿੰਨਾ ਕੰਪਲਿਕੇਸ਼ਨ ਹੈ ਤੇ ਜਿੰਨੀ ਜੋ ਕੈਸਕੇਡਿੰਗ ਇਫੈਕਟ ਹੈ ਉਹ 50 60 ਤੋਂ 70% ਤੱਕ ਹੈਗਾ ਕਈ ਜਗ੍ਹਾ ਤੇ ਕਈ ਪ੍ਰੋਡਕਟਸ ਦੇ ਵਿੱਚ 100 ਤੋਂ 200% ਹੈ ਇਸ ਦੇ ਵਿੱਚ ਤੁਹਾਨੂੰ 28% ਤੋਂ ਉੱਤੇ ਕੁਝ ਨਹੀਂ ਦੇਣਾ ਐਂਡ ਆਫ ਦ ਸਟੋਰੀ ਪਲੱਸ ਪਲੀਜ਼ ਮੈਂ ਤੁਹਾਨੂੰ ਉਹ ਲਿੰਕ ਭੇਜ ਸਕਦਾ ਆਦੀਆ ਜੀ ਦਾ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ 2000 ਤੋਂ ਅਟਲ ਬਿਹਾਰੀ ਸਾਹਿਬ ਦੇ ਥੱਲੇ ਇਹ ਕਨਸੈਪਟ ਸ਼ੁਰੂ ਹੋਇਆ ਸੀ ਦੂਜੀਆਂ ਗਵਰਨਮੈਂਟਸ ਨੇ ਇਹਨਾਂ ਨੂੰ ਕੰਸੈਪਟ ਨੂੰ ਅੱਗੇ ਲੈ ਕੇ ਚਲੀਆਂ ਇਸ ਗਵਰਨਮੈਂਟ ਨੇ 3 ਸਾਲ ਦੇ ਵਿੱਚ ਆ ਕੇ ਐਕਸ਼ਨ ਲੈ ਕੇ ਇੰਪਲੀਮੈਂਟ ਕੀਤਾ ਜੀ ਤਾਂ ਇਹ 31 ਮਤਲਬ 29 ਸਟੇਟ ਤੇ 2 ਯੂਨੀਅਨ ਟੈਰੀਟਰੀਜ਼ ਨੂੰ ਕੰਸੈਂਸਸ ਬਣਾ ਕੇ ਜਿੰਨੀ ਵੀ ਵਪਾਰੀ ਐਸੋਸੀਏਸ਼ਨਸ ਨੇ ਉਹਨਾਂ ਨੂੰ ਕੰਸੈਂਸਸ ਲਾ ਕੇ ਹਾਲੇ ਵੀ ਸਰਕਾਰ ਸਿਰਫ ਇੱਕ ਲਾਸਟ ਕਹੂੰਗਾ ਸਰਕਾਰ ਹਾਲੇ ਵੀ ਇਹ ਕਹਿ ਰਹੀ ਹੈ परसों इंटरव्यू आया है आदिया जी का स्टेटमेंट अज भी आया है कि जो साडी गलतियां ने जिथे तुहानू मुश्किल हो रही है साडे कोल आओ सानू दसो सानू डेटाबेस दिओ भी ਇਹ ਤੁਹਾਡੀ ਗਲਤੀ ਹੈਗੀ ਹੈ ਅਸੀਂ ਬਿਲਕੁਲ ਓਪਨ ਹੈਗੇ ਠੀਕ ਹੈ ਦੁਆ ਸਾਹਿਬ ਇੱਕ ਦੋ ਚੀਜ਼ਾਂ ਛੋਟੀ ਛੋਟੀ ਦੱਸ ਦਿਓ ਜਿਵੇਂ ਰਜਤ ਜੀ ਨੇ ਕਿਹਾ ਕਿ ਇੱਕ ਦੁਕਾਨਦਾਰ ਹੈ ਮੈਂ ਇਹ ਕਹਿ ਰਿਹਾ ਕਿ ਇੱਕ ਦੁਕਾਨਦਾਰ ਜਿਵੇਂ ਪਿਛਲੀ ਡਿਬੇਟ ਚੁੱਕਿਆ ਸੀ ਕਿ ਉਹ ਸਿੰਗਲ ਆਰਮੀ ਹੈ ਸਿੰਗਲ ਮੈਨ ਆਰਮੀ ਹੈ ਉਹਨੇ ਦੁਕਾਨ ਖੋਲਣੀ ਹੈ ਉਹਨੇ ਗਾਹਕ ਨੂੰ ਵੇਚਣਾ ਉਹਨੇ ਬਿੱਲ ਕੱਟਣਾ ਉਹਨੇ ਪੈਸੇ ਰੱਖਣੇ ਆ ਉਹਨੇ ਸਾਰਾ ਹਿਸਾਬ ਕਿਤਾਬ ਕਰਨਾ ਉਹ ਕਲਰਕ ਵੀ ਹੋਈ ਹੈ ਸਟੋਰ ਕੀਪਰ ਵੀ ਹੋਈ ਹੈ ਇੱਕ ਬੰਦੇ ਦੇ ਲਈ ਇੰਨਾ ਸਭ ਕੁਝ ਮੇਨਟੇਨ ਕਰਨਾ ਕਿਵੇਂ ਪੋਸੀਬਲ ਹੋਏ ਸਰ ਕਿਸ ਤਰ੍ਹਾਂ ਡਿਫਾਈਨ ਕਰਦੇ ਹੋ ਛੋਟੇ ਵਪਾਰੀ ਨੂੰ ਛੋਟਾ 20 ਲੱਖ ਰੁਪਏ ਹਾਂ ਸਾਲ ਦਾ 20 ਲੱਖ ਲਾ ਲਓ ਜਾਂ 30 ਲੱਖ ਲਾ ਲਓ 20 ਦੇ ਵਿੱਚ ਆ ਜਾਓ 20 ਲੱਖ ਤੇ ਉੱਤੇ ਰਜਿਸਟ੍ਰੇਸ਼ਨ ਦੀ ਜ਼ਰੂਰਤ ਨਹੀਂ ਹੈ ਦ ਸਟੋਰੀ ਇਜ਼ ਓਵਰ ਉਹ ਟਾਈਨੀ ਹੈ ਕੋਈ ਜ਼ਰੂਰਤ ਨਹੀਂ ਹੈ ਜੀ ਅੱਛਾ ਅੱਗੇ ਆ ਜਾਓ ਅੱਗੇ ਵਾਸਤੇ ਤੁਹਾਨੂੰ ਇੱਕ ਸੀਡੀ ਮਿਲੇਗੀ ਅੱਜ ਮੈਨੂੰ ਦੱਸੋ ਕੁਝ ਇੱਕ ਪਿੰਡਾਂ ਨੂੰ ਛੱਡ ਦਿਓ ਸਾਡੇ ਦੇਸ਼ ਦੇ ਵਿੱਚ ਬਾਕੀ ਸਭ ਜਗ੍ਹਾ ਤੁਹਾਡੇ ਮੋਬਾਈਲ ਦੇ ਉੱਤੇ ਇੰਟਰਨੈਟ ਅਵੇਲੇਬਲ ਹੈ ਮੈਂ ਤੁਹਾਨੂੰ ਲਿੰਕ ਭੇਜਣ ਨੂੰ ਤਿਆਰ ਹਾਂ ਤੁਹਾਡੇ ਮੋਬਾਈਲ ਦੇ ਉੱਤੇ ਅਗਰ ਤੁਹਾਡੇ ਕੋਲ ਇੰਟਰਨੈਟ ਹੈ ਤੇ ਘੱਟ ਤੋਂ ਘੱਟ 50 ਤੋਂ 60% ਲੋਕਾਂ ਕੋਲੋਂ ਅੱਜ ਥੈਂਕਸ ਟੂ ਰਿਲਾਇੰਸ ਜੀਓ ਐਂਡ ਦੈਨ ਦ ਕੰਪੀਟੀਸ਼ਨ ਇੰਟਰਨੈਟ ਹੈਗਾ ਬੜੇ ਹੀ ਸਸਤੇ ਮਹੀਨੇ ਦੇ ਵਿੱਚ ਇੱਕ ਵਾਰੀ 10 ਤਰੀਕ ਨੂੰ ਤੁਸੀਂ ਆਪਣੀ B2C ਦੀ ਸੇਲ ਦੇਣੀ ਹੈ ਹੋਰ ਕੁਝ ਵੀ ਨਹੀਂ ਕਰਨਾ ਤੁਸੀਂ ਕੋਈ ਹੋਰ ਰਿਟਰਨ ਨਹੀਂ ਹੈਗਾ ਲੋਕਾਂ ਨੇ ਐਵੇਂ ਹੀ ਅਫਵਾਹ ਫੈਲਾ ਰੱਖੀ ਹੈ 30 ਰਿਟਰਨ ਹੈ ਜੀ 40 ਰਿਟਰਨ ਹੈ ਦੈਟਸ ਨਾਟ ਟਰੂ ਐਟ ਆਲ ਬਿਲਕੁਲ ਗਲਤ ਹੈ ਜੀ ਉਹ ਆਟੋਮੈਟਿਕਲੀ ਲਿੰਕ ਹੋ ਜਾਏਗਾ ਅਗਰ ਤੁਸੀਂ ਉਹ CD ਦੇ ਵਿੱਚੋਂ ਆਫਲਾਈਨ ਵੀ ਇੱਕ ਐਕਸਲ ਸ਼ੀਟ ਦੇ ਵਿੱਚ ਕਰ ਸਕਦੇ ਹੋ ਤੁਸੀਂ ਜਿਹੜਾ ਵੀ 30 ਲੱਖ ਜਾਂ 40 ਲੱਖ ਜਾਂ 50 ਲੱਖ ਦਾ ਟਰਨਓਵਰ ਕਰਦਾ ਹੈ ਉਹ ਅੱਜ ਵੀ ਇੱਕ ਅਕਾਊਂਟੈਂਟ ਛੋਟਾ ਜਿਹਾ ਪਾਰਟ ਟਾਈਮ ਰੱਖਦਾ ਹੈ ਉਹ ਅਕਾਊਂਟੈਂਟ ਆਪਣੀ ਸ਼ੁਰੂ ਦੇ ਵਿੱਚ ਪੈਸੇ ਵਧਾ ਰਹੇ ਨੇ ਕਿਉਂ ਇਹ ਸ਼ੁਰੂਆਤ ਹੈਗੀ ਹੈ ਤੁਸੀਂ ਦੇਖ ਲੈਣਾ 2-4-5 ਮਹੀਨੇ ਦੇ ਵਿੱਚ ਉਹਨਾਂ ਦੇ ਰੇਟ ਬਿਲਕੁਲ ਥੱਲੇ ਆ ਜਾਣੇ ਸਭ ਨੂੰ ਪਤਾ ਲੱਗ ਜਾਣਾ GST ਦਾ ਠੀਕ ਹੈ ਚੰਡੋਕ ਸਾਹਿਬ ਐਗਰੀ ਹੋ ਜੋ ਸਰ ਕਹਿ ਰਹੇ ਨੇ ਬਹੁਤ ਹੱਦ ਤੱਕ ਸਰ ਦੇ ਨਾਲ ਐਗਰੀ ਹਾਂ ਔਰ ਮੈਂ ਇੱਕ ਦੇ ਚ ਇੱਕ ਥੋੜਾ ਜਿਹਾ ਦੂਜਾ ਪਹਿਲੂ ਦੇਣਾ ਚਾਹਾਂਗਾ ਦੂਜਾ ਡਾਇਮੈਂਸ਼ਨ ਦੇਣਾ ਚਾਹਾਂਗਾ ਉਹ ਇਹ ਹੈ ਅਸੀਂ B2B ਆਪਣੀ ਭਾਸ਼ਾ ਚ ਕਹਿੰਦੇ ਯਾਨੀ ਕਿ ਬਿਜ਼ਨਸ ਟੂ ਬਿਜ਼ਨਸ ਟੂ ਕਸਟਮਰ B2C ਮੈਂ ਕਸਟਮਰ ਵਾਲੇ ਗੱਲ ਕਰਨਾ ਚਾਹਨਾ ਜਦੋਂ ਸਵੇਰੇ ਉੱਠਦਾ ਹੈ ਜਾਂ ਦਿਨ ਪਰਿਆ ਕਰ ਉਹਨੂੰ ਕੀ ਦਿਨਚਰਿਆ ਕਰਦਾ ਉਹਨੂੰ ਕੀ ਬੈਨੀਫਿਟਸ ਹੋਣ ਵਾਲੇ ਨੇ ਕੀ ਉਹਨੂੰ ਲਾਸ ਹੋਣ ਵਾਲਾ ਆਪਾਂ ਇੱਕ ਨਾਰਮਲ ਗੱਲ ਕਰੀਏ ਹਾਂ ਸਰ ਜਦ ਕਸਟਮਰ ਜਾਂ ਕਲਾਇੰਟ ਜਾਂ ਇੰਡੀਅਨ ਨੈਸ਼ਨਲ ਕੋਈ ਵੀ ਉੱਠਦਾ ਹੈ ਸਵੇਰੇ ਸਿਟੀਜ਼ਨ ਉੱਠਦਾ ਹੈ ਨਿਊਜ਼ਪੇਪਰ ਉਠਾਉਂਦਾ ਆਪਣੀ ਚਾਹ ਪੀਂਦਾ ਹੈ ਸਾਰੇ ਕਰ ਉਹਨੂੰ ਕੋਈ ਇੰਪੈਕਟ ਨਹੀਂ ਹੈ ਜੀ ਜਿਹੜਾ ਸਰ ਨੇ ਕਾਸਕੇਡਿੰਗ ਕਿਹਾ ਮੈਂ ਉਹਨੂੰ ਸਰਲ ਪਾਤਾ ਸੇ ਟੈਕਸ ਔਨ ਟੈਕਸ ਕਹਿ ਦੇਣਾ ਇੱਕ ਸੈਕਿੰਡ ਜੀ ਤੁਸੀਂ ਕਿਹਾ ਕਿ ਅਖਬਾਰ ਪੜ੍ਹਦਾ ਹੈ ਚਾਹ ਪੀਂਦਾ ਜਿਹੜੀ ਉਹ ਚਾਹ ਪੀ ਰਿਹਾ ਜੇ ਤਾਂ ਉਹ ਡੋਲੂ ਚ ਦੁੱਧ ਆ ਰਿਹਾ ਫਿਰ ਤਾਂ ਉਹਨੂੰ ਉਨੇ ਦਾ ਪਏਗਾ ਜੇ ਉਹ ਪੈਕਟ ਵਾਲਾ ਦੁੱਧ ਲੈ ਕੇ ਆ ਰਿਹਾ ਤਾਂ 18% ਉਸ ਤੇ ਲੱਗ ਗਿਆ ਫਿਰ ਜ਼ਰੂਰ ਪਹਿਲੀ ਗੱਲ ਜਿਹੜੀ ਅਸਰ ਹੋਇਆ ਕਿ ਨਹੀਂ ਹੋਇਆ ਇਹ ਦੱਸੋ ਨਹੀਂ ਜੀ ਨਹੀਂ ਹੋਇਆ ਸਰ ਕਿਵੇਂ ਨਹੀਂ ਹੋਇਆ ਮੈਂ ਦੱਸਦਾ ਸਰ
ਜਿਹੜਾ ਮੈਨੂਫੈਕਚਰ ਆਫ ਮਿਲਕ ਹੈ ਉਹਦੇ ਕੋਲ ਵੀ ਪਲਾਂਟ ਐਂਡ ਮਸ਼ੀਨਰੀ ਹੈ, ਉਹ ਵੀ ਕਿੱਥੋਂ ਰॉ ਮਟੀਰੀਅਲ ਲੈਂਦਾ ਹੈ, ਉਹ ਕਿੰਨੀਆਂ ਚੀਜ਼ਾਂ ਸਰਵਿਸ ਚੁੱਕਾ, ਕੋਈ ਰੈਂਟ ਤੇ ਹੈ, ਕੋਈ ਆਪਣੀ ਫੈਕਟਰੀ ਬਣਾ ਕੇ ਕਰ ਰਿਹਾ ਹੈ, 1000 ਚੀਜ਼ਾਂ ਦੇ ਉੱਤੇ ਉਹਦਾ ਵੀ GST ਦੇ ਉੱਤੇ ਇੰਪਲੀਕੇਸ਼ਨ ਹੈਗੀ, ਉਹ ਇਨਪੁਟ ਲਏਗਾ। ਪਰ ਕੁਇਕ ਜਿਹੜਾ ਰਿਸਪੌਂਸ ਹੈ, ਕੁਇਕ ਜਿਹੜਾ ਮਹਿੰਗਾਈ ਦਾ ਅਸਰ ਹੈ, ਉਹ ਪੈਕੇਟ ਵਾਲੇ ਤੇ ਪੈਣਾ ਹੈ, ਕੈਨੀ ਵਾਲੇ ਤੇ ਨਹੀਂ ਪੈਣਾ। ਸਰ ਇਹ ਨਜ਼ਰੀਆ ਦੇਖਣ ਦਾ ਸਹੀ ਨਹੀਂ ਹੈ ਕਿ ਇਹਦੇ ਤੇ ਪਏਗਾ ਉਹਦੇ ਤੇ ਨਹੀਂ ਪਏਗਾ। ਫੂਡ ਆਈਟਮਸ ਨੂੰ ਡਿਫਰੈਂਟ ਤਰੀਕੇ ਨਾਲ ਕਲਾਸੀਫਾਈ ਕੀਤਾ ਗਿਆ, ਓਪਨ ਐਂਡਡ ਆਈਟਮਸ ਨੂੰ ਦੂਜੇ ਤਰੀਕੇ ਨਾਲ ਕਲਾਸੀਫਾਈ ਕੀਤਾ ਗਿਆ, ਪ੍ਰੋਸੈਸ ਫੂਡ ਤੇ ਪੈਕੇਜ ਫੂਡ ਨੂੰ ਦੂਜੇ ਤਰੀਕੇ ਨਾਲ ਕਲਾਸੀਫਾਈ ਕੀਤਾ ਗਿਆ ਹੈਗਾ। ਠੀਕ ਹੈ ਸਰ, ਉਹਦੇ ਵਿੱਚ ਮੈਂ ਆਂਦਾ ਤੁਹਾਡੇ ਕੋਲ। ਹਾਂਜੀ, ਉਹਦੇ ਵਿੱਚ ਕੀ ਹੈਗਾ ਸਰ ਕਿ ਮੈਂ ਜਿਹੜੀ ਆਪਣੀ ਗੱਲ ਕਰ ਸੀ, ਇੱਕ ਵਾਰ ਮੈਂ ਥੋੜਾ ਜਿਹਾ ਪੂਰਾ ਕਰ ਦੇਣਾ ਕਿ ਜੇ ਇੱਕ ਬੰਦਾ ਸਵੇਰੇ ਉੱਠ ਕੇ ਦਿਨ ਆਪਣੀ ਚਰਿਆ ਸ਼ੁਰੂ ਕਰਦਾ ਹੈ, ਉਹਨੂੰ ਕੀ ਇੰਪੈਕਟ ਆਏਗਾ। ਸਰ ਉਹਨੂੰ ਕੋਈ ਖਾਸ ਇੰਪੈਕਟ ਆਉਣ ਵਾਲਾ ਨਹੀਂ ਹੈ, ਸਗੋਂ ਕਈ ਆਈਟਮਸ ਦੀਆਂ ਸਸਤੀਆਂ ਹੋ ਗਈਆਂ। ਟੂਥਪੇਸਟ ਮੇਕਰ 1.5 ਜਾਂ 2% ਇਫੈਕਟਿਵਲੀ ਸਸਤਾ ਹੋ ਜਾਏਗਾ, ਪੂਰਾ ਦਿਨ ਆਪਣਾ ਚਲੇਗਾ। ਪੈਟਰੋਲੀਅਮ ਪ੍ਰੋਡਕਟਸ ਹਾਲੇ ਸਟੇਟ ਪਰਵਿਊ ਚ ਨਹੀਂ, मतलब सेंट्रल परव्यू ने हाले नहीं रखा हुआ, उन्होंने अपने साइड से कर देने। लिकर एंड पेट्रोलियम नहीं है, ਉਹਦੇ ਇਲਾਵਾ ਦਿਨ ਚ ਜੋ ਕੰਮ ਕਰ। ਅੱਛਾ, ਕੁਝ ਕਲੈਰਿਟੀ ਇੱਕ ਹੋਰ ਵੀ ਮੈਂ ਤੁਹਾਨੂੰ ਦੱਸਣਾ ਚਾਹਨਾ, ਅਨਰਜਿਸਟਰਡ ਤੇ ਤੁਸੀਂ ਕੋਈ ਚੀਜ਼ ਲਿੱਤੀ ਹੈਗੀ ਹੈ ਅਪ ਟੂ 5000 ਪਰ ਡੇ, ਇਹਦੇ ਵਿੱਚ ਤੁਹਾਨੂੰ ਕੋਈ ਤਕਲੀਫ ਨਹੀਂ ਹੈ ਜੀ। ਦੂਜੀ ਗੱਲ, ਜਿਵੇਂ ਮੀਲ ਕੂਪਨਸ ਦਿੰਦੇ ਨੇ, ਕੰਪਨੀ ਦਿੰਦੀ ਹੈ ਜੀ ਆਪਣੇ EMPLOYEES ਨੂੰ, ਟੈਲੀਫੋਨ ਦਿੰਦੀ ਕਰ 50000 ਤੱਕ ਪਰ ਸਾਲ। ਅੱਜ ਸਰਕਾਰ ਨੇ ਬੜੇ ਅੱਛੇ ਜੀ ਇਹ ਸੀਰੀਜ਼ ਮੈਂ ਦਿਖਾਣਾ ਚਾਹਨਾ, ਇਹ ਪਬਲਿਸ਼ ਕੀਤਾ ਹੈ, ਇਹ ਦੂਜਾ ਸੈਕਸ਼ਨ ਆਇਆ ਹੈ, ਇਹਦੇ ਵਿੱਚ ਬਹੁਤ ਸਾਰੀ ਚੀਜ਼ਾਂ ਤੇ FAQ ਯਾਨੀ ਕਿ ਫ੍ਰੀਕੁਐਂਟਲੀ ਆਸਕਡ ਕੁਐਸਚਨਸ ਦੇ ਆਨਸਰ ਦਿੱਤੇ ਗਏ ਨੇ। ਮੈਂ ਜ਼ਰੂਰ ਇਹ ਮੰਨਦਾ ਕਿ ਇੱਕ ਹਵਾ ਬਣ ਗਿਆ GST ਕੀ ਹੈ, ਪਰ ਦੁਆ ਸਾਹਿਬ ਨਾਲ ਮੈਂ ਸਹਿਮਤ ਹਾਂ। 3 ਮਹੀਨੇ ਨਹੀਂ ਤਾਂ 6 ਮਹੀਨੇ ਬਾਅਦ ਥਿੰਗ ਸੈਟਲ ਡਾਊਨ। ਚੰਡੋਕ ਸਾਹਿਬ ਇੱਕ ਵੱਡੀ ਸਟੇਟਮੈਂਟ ਤੁਸੀਂ ਦਿੱਤੀ ਕਿ ਹਵਾ ਬਣ ਗਿਆ। ਤੁਸੀਂ ਮੈਨੂੰ ਇਹ ਕਲੀਅਰ ਕਰ ਦਿਓ ਕਿ ਵਪਾਰੀ GST ਕਿਵੇਂ ਭਰਨਗੇ। ਚਲੋ ਮੈਨੂੰ ਇਹ ਚੈਨਲ ਤੇ ਦੱਸ ਦਿਓ ਤੁਸੀਂ। ਜੀ, ਮੇਰੇ ਹਿਸਾਬ ਨਾਲ ਵਪਾਰੀ ਅੱਜ ਦੀ ਡੇਟ 'ਚ ਕਾਪੀ ਪੈਨਸਲ ਦੇ ਉੱਤੇ ਬਹੁਤ ਚੀਜ਼ਾਂ ਮੇਨਟੇਨ ਕਰਦਾ ਹੈ। ਉਹ ਮੇਨਟੇਨ ਉਹਨੂੰ ਕੰਪਿਊਟਰ ਦੇ ਹਿਸਾਬ ਨਾਲ ਮੇਨਟੇਨ ਕਰਨਾ ਪਏਗਾ, ਜਿਹੜਾ ਕੰਪਿਊਟਰ ਦਾ ਸਿੰਟੈਕਸ ਹੁੰਦਾ ਹੈ ਉਹੀ ਚੀਜ਼ ਉੱਥੇ ਉਹ ਮੇਨਟੇਨ ਕਰੇਗਾ। GST ਲਈ ਸੌਫਟਵੇਅਰ ਆ ਚੁੱਕਾ? GST ਅੰਦਰ ਸੌਫਟਵੇਅਰ ਬਿਲਕੁਲ ਰੈਡੀ ਹੈ ਜੀ, ਆਇਆ ਨਹੀਂ ਹਲੇ। 1 ਜੁਲਾਈ ਤੋਂ ਤੁਸੀਂ ਸ਼ੁਰੂਆਤ ਕਰ ਰਹੇ ਹੋ GST ਦੀ, ਸੌਫਟਵੇਅਰ ਹਲੇ ਤੁਹਾਡੇ ਤੱਕ ਪਹੁੰਚਿਆ ਨਹੀਂ ਹੈ। ਜਿਹੜਾ 20 ਤਰੀਕ ਨੂੰ ਸੌਫਟਵੇਅਰ ਆਣਾ ਸੀ ਹਲੇ ਤੱਕ ਨਹੀਂ ਆਇਆ। ਤੁਸੀਂ ਰਿਟਰਨ ਅੱਗੇ ਜਾ ਕੇ ਭਰਨਾ, 2 ਮਹੀਨੇ ਦਾ ਟਾਈਮ ਮਿਲਿਆ। ਇੱਕ ਚੀਜ਼ ਹੋਰ ਵੀ ਹੈਗੀ, ਸਰਕਾਰ ਨੇ ਤੁਹਾਨੂੰ ਫਿਰ ਕਾਪੀ ਤੇ ਕਰਨਾ ਪਏਗਾ ਹਲੇ ਜਦ ਤੱਕ ਸੌਫਟਵੇਅਰ ਨਹੀਂ ਆਉਂਦਾ। ਸਰ ਸਰਕਾਰ ਨੇ ਇੱਕ ਗੱਲ ਹੋਰ ਕਹੀ ਹੈ, ਜਿਹੜੀ ਜੁਲਾਈ ਦੀ ਰਿਟਰਨ ਅਸੀਂ 10 ਅਗਸਤ 15 ਤੇ 20 ਨੂੰ ਭਰਨੀ ਹੈ, ਉਹਨਾਂ ਨੇ 15 ਸਤੰਬਰ ਤੱਕ ਲੋਕਾਂ ਨੂੰ ਟਾਈਮ ਦੇ ਦਿੱਤਾ ਹੈ। ਠੀਕ ਹੈ ਸਰ, ਇਹਦਾ ਮਤਲਬ ਤੁਸੀਂ ਇਹ ਦੇਖੋ, ਜੇ ਮੈਂ 1 ਜੁਲਾਈ ਤੋਂ ਸਟਾਰਟ ਕਰ ਰਿਹਾ ਤੇ ਜੁਲਾਈ ਪੂਰਾ, ਅਗਸਤ ਪੂਰਾ 15, ਤੁਸੀਂ ਇਹ ਦੇਖੋ 75 ਦਿਨ ਤਾਂ ਦੇ ਦਿੱਤੇ ਹੈ। ਹੁਣ ਕਿੱਥੇ ਨਾ ਕਿੱਥੇ ਤਾਂ ਕੱਟ ਆਫ ਸਰਕਾਰ ਨੂੰ ਲਾਣੀ ਪਏਗੀ। ਅੱਛਾ, ਦੂਜੀ ਗੱਲ, ਜੇ ਸਰਕਾਰ ਨੂੰ ਇਹ ਲੱਗਿਆ, ਮੈਂ ਮਤਲਬ ਮੈਂ ਸਰਕਾਰ ਦਾ ਮੁਲਾਜ਼ਮ ਮਤਲਬ ਨਹੀਂ ਹੈ ਰਿਪਰੈਜ਼ੈਂਟੇਟਿਵ, ਬਟ ਜੇ ਸਰਕਾਰ ਨੂੰ 1% ਵੀ ਇਹ ਲੱਗਿਆ ਕਿ ਇਹਦੀ ਟੀਥਿੰਗ ਪ੍ਰੋਬਲਮ ਜ਼ਿਆਦਾ ਹੈਗੀ ਜੀ, ਆਫਟਰ ਆਲ ਇਟ ਇਜ਼ ਅ ਪੋਲੀਟੀਕਲ ਪਾਰਟੀ, ਉਹ ਕਿਤੇ ਸੋਸਾਇਟੀ ਤੋਂ ਪਰੇ ਨਹੀਂ ਹੈਗੀ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਜੇ ਉਹਨਾਂ ਨੂੰ ਲੱਗਿਆ ਮੇਬੀ ਉਹ ਉਸ ਟਾਈਮ ਤੇ ਸਪੇਸ ਦੇਣਗੇ, ਹੋ ਸਕਦਾ ਉਹਨਾਂ ਨੇ ਪਹਿਲੇ ਹੀ ਚੀਜ਼ ਨੂੰ ਇਨਕੋਰਪੋਰੇਟ ਕੀਤਾ ਹੋਵੇ। ਪਰ ਮੈਂ ਮੋਟੀ ਗੱਲ ਇਹ ਕਹਿਣਾ ਚਾਹੁੰਦਾ, ਜਿਹੜੀ ਚੀਜ਼ ਪੇਪਰ ਪੈਨਸਲ ਤੇ ਹੁੰਦੀ ਸੀ ਉਹ ਕੰਪਿਊਟਰ ਤੇ ਜਾਏਗੀ। ਔਰ ਜਿਹੜੀ ਇੰਟਰਨੈਟ ਦੀ ਗੱਲ ਕੀਤੀ, ਇਹਦਾ ਵੀ ਥੋੜਾ ਜਿਹਾ ਮੈਂ ਰਜਤ ਜੀ ਨੂੰ ਥੋੜਾ ਜਿਹਾ ਗਿਆਨ ਦੇਣਾ ਚਾਹੁੰਦਾ। ਸਰ ਇਹ ਅਪਲੋਡਿੰਗ ਹੋਏਗੀ, ਤੁਸੀਂ 10 ਦਿਨ ਬਾਅਦ ਜਾ ਕੇ ਅਪਲੋਡ ਕਰ ਦਿਓ। 10 ਮਿੰਟ ਦਾ ਤੁਹਾਨੂੰ ਇੰਟਰਨੈਟ ਚਾਹੀਦਾ, ਇਹ ਥੋੜੀ ਕਿ ਸਵੇਰ ਤੋਂ ਸ਼ਾਮ ਤੱਕ ਤੁਹਾਨੂੰ ਇੰਟਰਨੈਟ ਚਾਹੀਦਾ ਹੀ ਚਾਹੀਦਾ ਹੈ। GST ਦੇ ਸੁਵਿਧਾ ਕੇਂਦਰ ਖੋਲੇ ਜਾਣਗੇ, ਟੀਥਿੰਗ ਪ੍ਰੋਬਲਮਸ ਨੇ ਕੋਈ ਡਿਨਾਈ ਨਹੀਂ ਕਰ ਰਿਹਾ। ਠੀਕ ਹੈ, ਪਰ ਮੇਰੇ ਹਿਸਾਬ ਨਾਲ ਇੰਨੀ ਨਹੀਂ ਹੈ। ਛੋਟੀ ਜਿਹੀ ਕਲੈਰਿਟੀ ਦੇ ਦਿਆਂ, 1 ਮਿੰਟ ਦੋਗੇ ਤਾਂ ਮੈਨੂੰ। ਜਿਹੜਾ ਤੁਸੀਂ ਪੈਕੇਜਿੰਗ ਦੀ ਗੱਲ ਕੀਤੀ ਹੈ ਨਾ, ਅਸੀਂ ਇਹਦੀ ਕਲੈਰਿਟੀ ਲਈ ਹੈ ਆਦੀਆ ਜੀ ਕੋਲੋਂ ਸਟ੍ਰੇਟ ਅਪ। ਅਗਰ ਤੁਸੀਂ ਮੰਨ ਲਓ ਗੋਇਲ ਸਟੋਰ ਹੈ, ਗੋਇਲ ਸਟੋਰ ਆਪਣਾ ਦੁੱਧ ਵੇਚ ਰਿਹਾ ਹੈ, ਉਹਨੂੰ ਆਪਣੀ ਪੈਕੇਜਿੰਗ ਦੇ ਵਿੱਚ ਪਾ ਰਿਹਾ ਹੈ, ਕੋਈ ਬ੍ਰਾਂਡ ਨੇਮ ਨਹੀਂ ਹੈ, ਜਾਂ ਗੋਇਲ ਸਟੋਰ ਵੀ ਲਿਖ ਰਿਹਾ ਹੈ, ਜਿਸ ਦੇ ਉੱਤੇ ਉਹਨੇ ਟ੍ਰੇਡਮਾਰਕ ਨਹੀਂ ਲਿਆ, ਉਸ ਦੇ ਉੱਤੇ 5% ਲੱਗੇਗਾ ਜੀ। ਪੁਆਇੰਟ ਨੰਬਰ 1। ਪੁਆਇੰਟ ਨੰਬਰ 2, ਅਗਰ ਵਰਕਾ ਹੈਗਾ ਜਾਂ ਮਾਮੂਲ ਹੈਗਾ, ਉਹਨਾਂ ਦਾ 5% ਨਿਊਟਰਲਾਈਜ਼ ਹੋਏਗਾ। ਆਈ ਟੈਲ ਯੂ ਵਾਈ। ਨੈਗੇਟਿਵ ਹੋਏਗਾ, ਮਤਲਬ ਰੇਟ ਸ਼ਾਇਦ ਘੱਟ ਹੋ ਜਾਣ। ਵਾਈ? ਕਿਉਂਕਿ ਜਿੰਨਾ ਵੀ ਇਨਪੁਟ ਹੈ ਜੀ, ਸਭ ਦਾ ਕ੍ਰੈਡਿਟ ਜੋ ਅੱਜ ਤੱਕ ਉਹਨਾਂ ਨੂੰ ਨਹੀਂ ਸੀ ਮਿਲ ਰਿਹਾ, ਉਹ ਮਿਲੇਗਾ। ਉਹ 5% ਹੈ ਪੈਕੇਜਿੰਗ ਦੇ ਉੱਤੇ, ਉਹ ਮਾਈਨਸ ਹੋ ਕੇ ਹੋ ਸਕਦਾ -1 ਹੋ ਜਾਏ। ਚਲੋ, ਇਹ ਹੋ ਸਕਦਾ ਕਿ ਗਾਹਕ ਨੂੰ ਫਾਇਦਾ ਹੀ ਹੋਵੇ। ਬਿਲਕੁਲ ਠੀਕ ਹੈ। ਕੇਸ਼ਵ ਜੀ, ਤੁਹਾਡੇ ਕੋਲ ਜਿਹੜੀਆਂ ਕੁਐਰੀਜ਼ ਆ ਰਹੀਆਂ ਬਿਜ਼ਨਸਮੈਨਸ ਦੀਆਂ ਜਾਂ ਵਪਾਰੀਆਂ ਦੀਆਂ ਜਾਂ ਕਿਸੇ ਵੀ ਤਰ੍ਹਾਂ ਦੀਆਂ, ਸਭ ਤੋਂ ਪਹਿਲਾਂ ਦੱਸੋ ਕਿ ਕੀ ਕੁਐਰੀਜ਼ ਨੇ ਜਿਹੜੇ ਚੰਡੋਕ ਸਾਹਿਬ ਕਰ ਰਹੇ ਹਊਆ ਬਣਾਇਆ ਜਾ ਰਿਹਾ ਹੈ, ਕਿ ਵਾਕਈ ਹਊਆ ਜਾਂ ਸਿਚੁਏਸ਼ਨ ਦੇ ਵਿੱਚ ਦਿੱਕਤਾਂ ਹੈ ਨੇ? ਪਹਿਲੀ ਗੱਲ, ਜਿਹੜਾ ਦਿਨੇਸ਼ ਜੀ ਕਹਿ ਰਹੇ ਨੇ, ਮੈਂ ਐਗਰੀ ਕਰ ਰਿਹਾ ਉਹਨਾਂ ਦੇ ਨਾਲ ਕਿ GST ਜਿਹੜਾ ਹੈ ਉਹ GST ਤੋਂ ਕਮ
ਘਟ ਜਾਏਗਾ ਅਸੀਂ ਜਿਹੜੀ ਰਿਟਰਨਾਂ ਭਰਨੀਆਂ ਨੇ ਉਹ ਇੱਕ ਰਿਟਰਨ ਭਰਨੀ ਹੈ ਬਟ ਹੈਵਿੰਗ ਸੈਡ ਦੈਟ ਜੋ ਰੈਵਨਿਊ ਸੈਕਟਰੀ ਸਾਹਿਬ ਨੇ ਕਿਹਾ ਕਿ ਇੱਕ ਰਿਟਰਨ ਭਰਨੀ ਹੈ ਅਸੀਂ ਇੱਕ ਕਰਿਆਨੇ ਵਾਲੀ ਦੁਕਾਨ ਦੀ ਗੱਲ ਕਰੀਏ ਉਹ ਕੁਝ ਪਰਚੇਸ ਕਰਕੇ ਲਿਆਂਦਾ ਤੇ ਉਹਨੂੰ ਬਾਅਦ ਚ ਕੰਜ਼ਿਊਮਰ ਨੂੰ ਵੇਚਦਾ ਹੈ ਤੇ ਜਿਹੜੀ ਉਹਦੀ ਪਰਚੇਸ ਹੈ ਉਹ GSTR 2 ਜਿਹੜੀ 15 ਤਾਰੀਖ ਨੂੰ ਰਿਟਰਨ ਆਣੀ ਹੈ ਉਹਦੇ ਚ ਰਿਫਲੈਕਟ ਕਰੇਗੀ ਤੇ ਜਿਹੜੀ GSTR 1 ਹੈ ਜਿਹੜੀ ਉਹਨੂੰ 10 ਤਾਰੀਖ ਨੂੰ ਭਰਨੀ ਹੈ ਉਹਦੇ ਚ ਆਪਣੀ ਸੇਲ ਭਰੇਗਾ ਤਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਨੇ GSTR 1 ਭਰੀ 10 ਤਾਰੀਖ ਨੂੰ ਉਹਨੇ ਰਿਟਰਨ ਭਰੀ ਤੇ ਬਾਕੀ ਦੋਨਾਂ ਰਿਟਰਨਾਂ ਚ ਉਹਦੀ ਕੋਈ ਰਿਸਪੌਂਸਿਬਿਲਿਟੀ ਨਹੀਂ ਹੈਗੀ ਉਹਦੇ ਚ ਉਹ ਭਰਨੇ ਪੈਣੀ ਹੈ ਉਹਨੂੰ ਭਲੇ ਹੀ ਉਹਨੂੰ ਕਲਿੱਕ ਕਰਨੀ ਪੈਣੀ ਹੈ ਉਹਦੇ ਕੋਲ ਰਿਸਪੌਂਸਿਬਿਲਿਟੀ ਹੈਗੀ ਹੈ ਉਹਨੂੰ ਦੋਨਾਂ ਰਿਟਰਨਾਂ ਜਿਹੜੀ 15 ਨੂੰ ਤੇ 20 ਨੂੰ ਉਹ ਉਹਨੂੰ ਫਾਈਲ ਕਰਨੀ ਪਏਗੀ ਹਾਂ ਇਹ ਬਾਤ ਗੱਲ ਠੀਕ ਹੈ ਜੀ ਜਿਹੜੀ B2C ਚਲੋ ਮੋਟਾ ਜਿਹਾ ਸਮਝਾਓ ਇੱਕ ਮਹੀਨੇ ਚ ਕਿੰਨੀ ਵਾਰ ਰਿਟਰਨ ਫਾਈਲ ਕਰਨੀ ਪਏਗੀ ਇੱਕ ਮਹੀਨੇ ਚ 3 ਰਿਟਰਨਾਂ ਹੈਗੀਆਂ ਨੇ ਬਟ ਜਿਹੜਾ ਡੇਟਾ ਹੈ ਉਹ 10 ਤਾਰੀਖ ਨੂੰ ਪੰਚ ਹੋਣਾ ਹੈ ਉਹ ਬਾਕੀ ਦੋਨਾਂ ਰਿਟਰਨਾਂ ਚ ਆਟੋਮੈਟਿਕਲੀ ਪੋਪੂਲੇਟ ਹੋ ਜਾਏਗਾ ਦੂਜੀ ਗੱਲ ਜਿਹੜੀ ਸਰਕਾਰ ਇੰਨਾ ਮੀਡੀਅਮ ਚ ਆ ਰਹੀ ਹੈ ਟਵਿੱਟਰ ਤੇ ਵੀ ਉਹਨਾਂ ਦਾ ਅਕਾਊਂਟ ਹੈਗਾ ਹੈ ਨਿਊਜ਼ਪੇਪਰ ਤੇ ਵੀ ਉਹ ਆ ਰਹੇ ਨੇ ਸਾਰਾ ਕੁਝ ਉਹ ਕਰ ਰਹੇ ਨੇ ਇਹੀ ਚੀਜ਼ਾਂ ਹੈਗੀਆਂ ਜਿਹੜੀ ਕਨਫਿਊਜ਼ਨ ਕ੍ਰੀਏਟ ਕਰ ਰਹੀਆਂ ਨੇ ਪੀਪਲ ਆਰ ਲਾਈਕ ਅਭੀ WhatsApp ਹੈਗਾ ਸਾਡੇ ਕੋਲ ਕੋਈ ਵੀ ਨਿਊਜ਼ ਆਉਂਦੀ ਹੈ ਉਹ ਵਾਈਲਡ ਫਾਇਰ ਦੇ ਹਿਸਾਬ ਨਾਲ ਪੂਰੇ ਦੇਸ਼ ਚਲੀ ਜਾਂਦੀ ਹੈ ਤੇ ਉਹ ਕਨਫਿਊਜ਼ਨ ਕ੍ਰੀਏਟ ਕਰ ਰਹੀ ਹੈ ਹੁਣੇ ਮੈਂ ਇੱਕ ਛੋਟਾ ਜਿਹਾ ਉਦਾਹਰਨ ਦੇਣਾ ਹੈ रेवेन्यू सेक्रेटरी साहब ने किया या और बथेरे अथॉरिटीज ने किया है कि पहले साल कोई भी अगर टेक्निकल एरर होएगा ਅਸੀਂ ਕੋਈ ਪੈਨਲਟੀ ਨਹੀਂ ਲਗਾਣੀ ਸਿਰਫ ਫਰਾਡ ਤੇ ਸਪਰੈਸ਼ਨ ਆਫ ਫੈਕਟ ਦੇ ਉੱਤੇ ਅਸੀਂ ਐਕਸ਼ਨ ਲੈਣਗੇ ਤੇ ਪੀਨਲ ਐਕਸ਼ਨ ਹੋਏਗਾ ਬਟ ਇਹਦੇ 2 ਦਿਨ ਰਹਿ ਗਏ ਲਾਅ ਨੂੰ ਆਉਣ ਨੂੰ ਇਹਦੇ ਉੱਤੇ ਕੋਈ ਵੀ ਨੋਟੀਫਿਕੇਸ਼ਨ ਹਲੇ ਤੱਕ ਜਾਰੀ ਨਹੀਂ ਹੋਈ ਹੈ ਇਹਦੀ ਕੋਈ ਲੀਗਲ ਸੈਂਟੀਟੀ ਨਹੀਂ ਹੈਗੀ ਹੈ ਜਾਂ ਤਾਂ ਸਰਕਾਰ ਇਹ ਕਹੇ ਕਿ ਜਿਹੜਾ ਟਵਿੱਟਰ ਅਕਾਊਂਟ ਹੈਗਾ ਸਾਡਾ ਉਹਦੇ ਚ ਕੋਈ ਵੀ ਅਸੀਂ ਰਿਪਲਾਈ ਦਿੱਤਾ ਹੈ ਉਹ ਲੀਗਲੀ ਵੈਲਿਡ ਹੈਗਾ ਤੇ ਉਹਦੇ ਨੂੰ ਕੰਟੈਸਟ ਕਰ ਸਕਦੇ ਹੋ ਤੇ ਤਾਂ ਗੱਲ ਠੀਕ ਹੈ ਬਟ ਜਦੋਂ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਆਉਂਦੀ ਇਹਨੂੰ ਆਪਾਂ ਨਹੀਂ ਕਹਿ ਸਕਦੇ ਤੀਜੀ एक लास्ट चीज मैं कहना चाहता जी एक दिन रह गया सर एरिया बेस्ड एग्जेम्पशन बद्दी दी आप गल करिए इन्नी इंडस्ट्री उधर हैगी है उन्हां दे लई हाले तक कोई भी नोटिफिकेशन नहीं आई एक गल जो सानू पता है वो सिर्फ ये है कि उन्होंने रीइंबर्समेंट मिलेगी बट किस तरह मिलेगी की प्रोसीजर है किवें मिलेगी वो सानू हाले तक नहीं है क्लैरिटी चलो जी है क्लैरिटी जी आदिया जी ने बड़ा क्लियरली किया है मैं लिंक शेयर करूंगा ਤੁਹਾਡੇ ਨਾਲ बहुत क्लियरली कि जिन्ने भी स्पेशल एग्जाम्पशनस हैगियां चाहे वो हिमाचल दे विच हैगियां चाहे वो उत्तराखंड दे चाहे वो सिक्किम हैगियां तिन्ना दे विच 100% रीइंबर्समेंट मिलेगी 50 अगर ये सेंट्रल स्पॉन्सर्ड स्कीम है मान लो SEZ है या EOU है जेड़ा सेंटर ने कीता 58% वो देंगे जी 42% जेड़ा वो स्टेट देगी फिर therefore people have to take it up with the state point number 1 point number 2 just bear me out for a minute इन जिस तरह बद्दी वगैरह ਜਿਹੜੀ ਸਟੇਟ ਸਪਾਂਸਰਡ ਸਕੀਮਸ ਨੇ ਉਹ ਸਟੇਟ ਨੇ ਤੁਹਾਨੂੰ ਕੰਟੀਨਿਊ ਕਰਨ ਵਾਸਤੇ ਆਪਣੇ ਬਜਟ ਦੇ ਵਿੱਚੋਂ ਦੇਣੀ ਹੈਗੀ ਹੈ ਪੋਜ਼ਿਟਿਵਲੀ ਕਲੀਅਰਲੀ ਸਟੇਟਸ ਨੇ ਐਕਸੈਪਟ ਕੀਤਾ ਹੈਗਾ ਅੱਜ ਵੀ ਅਸੀਂ ਇੱਕ ਹੋਰ ਇੰਟਰਵਿਊ ਦੇ ਵਿੱਚ ਇਹ ਕੰਕਲੂਡ ਕੀਤਾ ਅਥਾਰਟੀਜ਼ ਦੇ ਨਾਲ ਕਿ ਸਟੇਟ ਪੰਜਾਬ ਦੇ ਫਾਈਨੈਂਸ ਮਿਨਿਸਟਰ ਨਾਲ ਟੇਕ ਅਪ ਕਰਨਾ ਪਏਗਾ ਹਿਮਾਚਲ ਦੇ ਸਟੇਟ ਮਿਨਿਸਟਰ ਨਾਲ ਕਰਨਾ ਪਏਗਾ ਉਹਨਾਂ ਨੂੰ ਦੇਣਾ ਪਏਗਾ ਜੀ ਜਿਹੜੀ ਐਕਸੈਂਪਸ਼ਨ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਪਹਿਲਾਂ ਕਿਸ ਤਰ੍ਹਾਂ ਮਿਲਦੀਆਂ ਸੀ ਉਹ ਸਾਰੀਆਂ ਸੈਂਟਰ ਤੇ ਸਟੇਟ ਦੀਆਂ ਇਕੱਠੀਆਂ ਸਕੀਮਾਂ ਸਨ ਜੀ ਅੱਛਾ ਅਗਰ ਕੰਪੋਜ਼ਿਟ ਸਕੀਮ ਹੈਗੀ ਹੈ ਤੇ ਸੈਂਟਰ ਤੇ ਸਟੇਟ ਦੀ ਹੈ ਬੱਦੀ ਵਾਲੀ ਜਿਸ ਤਰ੍ਹਾਂ ਉਹ ਅਪਰੂਵਡ ਹੈਗੀ ਹੈ ਸੈਂਟਰ ਤੋਂ ਸਟੇਟ ਉਹਨੂੰ ਐਕਸਾਈਜ਼ ਦੇ ਵਿੱਚ ਸੈਂਟਰ ਹੈ ਮੈਂ ਇਹਦੇ ਚ ਐਡ ਕਰਨਾ ਚਾਹੁੰਦਾ ਜਿਹੜੀ ਗੱਲ ਦੁਆ ਸਾਹਿਬ ਕਹਿ ਰਹੇ ਨੇ ਉਹ ਬਿਲਕੁਲ ਸਹੀ ਹੈ ਕਿ ਸਾਨੂੰ ਐਗਜ਼ੈਂਪਸ਼ਨ ਮਿਲੇਗੀ ਰੀਇੰਬਰਸਮੈਂਟ ਮਿਲਦਾ ਰਹੇਗਾ ਸਾਰਾ ਕੁਝ ਹੋਏਗਾ ਬਟ ਹਲੇ ਤੱਕ ਵੀ ਇੱਕ ਦਿਨ ਰਹਿ ਗਿਆ ਲਾਅ ਨੂੰ ਕੋਈ ਉਹਦੇ ਉੱਤੇ ਕੋਈ ਪ੍ਰੋਸੀਜਰ ਨਹੀਂ ਆਇਆ ਜਿਹੜੀ ਕੰਪਨੀਆਂ ਹੈਗੀਆਂ ਨੇ ਉਹ ਪਲਾਨ ਨਹੀਂ ਕਰ ਸਕਦੀ ਹਲੇ ਤੱਕ ਵੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਮੈਂ ਕਿਹੜਾ ਫਾਰਮ ਭਰਨਾ ਹੈ ਕਿਹੜੀ ਕੰਪਲਾਈਂਸ ਕਰਨੀ ਹੈ 30 ਜੂਨ ਨੂੰ ਤਾਂ ਕਿ ਮੈਂ 1 ਜੁਲਾਈ ਨੂੰ ਆ ਕੇ ਉਹ ਰੀਇੰਬਰਸਮੈਂਟ ਦੇ ਸਕਾਂ ਕੀ ਆਈ ਅੱਜ ਫॉर ਯੂ ਇਨਫੋਰਮੇਸ਼ਨ ਜੀ ਉਹਨਾਂ ਨੇ ਕਿਹਾ ਤੁਹਾਨੂੰ ਟੈਕਸ ਦੇਣਾ ਪਏਗਾ ਉਹਦੀ ਰੀਇੰਬਰਸਮੈਂਟ ਜਾਂ ਰਿਫੰਡ ਤੁਹਾਨੂੰ ਕੈਸ਼ ਰਿਫੰਡ ਵੀ ਮਿਲੇਗਾ ਉਹ ਬਾਅਦ ਦੇ ਵਿੱਚ ਹੋਈ ਹਾਂਜੀ ਹਾਂਜੀ ਠੀਕ ਹੈ ਉਹ ਵੀ ਵਿਦਨ 7-10 ਡੇਜ਼ ਨਹੀਂ ਤੇ ਉਸ ਦੇ ਉੱਤੇ ਸਰਕਾਰ ਇੰਟਰਸਟ ਦੇਗੀ ਠੀਕ ਹੈ ਉਹ ਆਫੀਸਰ ਦੇ ਨਾਂ ਦੇ ਅਗੇਂਸਟ ਅਗਰ ਉਹਨੇ ਨਹੀਂ ਦਿੱਤਾ ਓਵਰਰਾਈਡਿੰਗ ਇੰਟਰਸਟ ਦੇਣਾ ਪਏਗਾ ਉਸ ਆਫੀਸਰ ਦੇ ਅੱਗੇ ਸਟਾਰ ਮਾਰਕ ਲੱਗੇਗਾ ਕਿ ਭਾਈ ਇਹਨੇ ਇੰਟਰਸਟ ਕਿਉਂ ਦਵਾਇਆ ਠੀਕ ਹੈ ਮੈਂ ਆਂਦਾ ਵਾਪਸ ਇੱਕ ਛੋਟਾ ਜਿਹਾ ਬ੍ਰੇਕ ਆਪਾਂ ਲੈ ਲਈਏ ਇੱਕ ਛੋਟਾ ਜਿਹਾ ਬ੍ਰੇਕ ਲੈ ਰਹੇ ਹਾਂ ਬ੍ਰੇਕ ਤੋਂ ਬਾਅਦ ਮੈਂ ਰਜਤ ਜੀ ਕੋਲ ਆਵਾਂਗਾ ਕਿਉਂਕਿ ਵਪਾਰੀ ਸੜਕਾਂ ਤੇ ਉਤਰਿਆ ਤਾਂ ਉਹਦੇ ਪਿੱਛੇ ਕੋਈ ਕਾਰਨ ਹੋਏਗਾ ਜੇ ਵਪਾਰੀ ਦੁਖੀ ਹੈ ਤਾਂ ਉਹਦੇ ਪਿੱਛੇ ਕਾਰਨ ਹੋਏਗਾ ਔਰ ਵੱਡੀ ਗੱਲ ਇਹ ਹੈ ਕਿ ਜਿਸ ਚੀਜ਼ ਨੂੰ ਅਸੀਂ ਲੈ ਕੇ ਆਏ ਆ GST ਨੂੰ ਲੈ ਕੇ ਜਿਸ ਲਈ ਆਏ ਆ ਜੇਕਰ ਉਹੀ ਰਾਜੀ ਨਹੀਂ ਜੇਕਰ ਉਹੀ ਖੁਸ਼ ਨਹੀਂ ਜੇਕਰ ਉਹੀ ਸੰਤੁਸ਼ਟ ਨਹੀਂ ਫਿਰ ਕਿਸ ਚੀਜ਼ ਦਾ GST ਇੱਕ ਛੋਟੇ ਜਿਹੇ ਬ੍ਰੇਕ ਲੈ ਰੁਕ ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜਲਦੀ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਾਰੇ ਮਹਿਮਾਨ ਬੜੇ ਬਿਜ਼ੀ ਨੇ ਵੱਖ-ਵੱਖ ਚੈਨਲਸ ਤੋਂ ਕਾਲ ਵੀ ਆ ਰਹੀਆਂ ਨੇ ਮੈਨੂੰ ਮਲਹੋਤਰਾ ਸਾਹਿਬ
ਜਿਸ ਚੀਜ਼ ਦਾ ਤੁਸੀਂ ਬਿਜ਼ਨਸ ਕਰਦੇ ਹੋ, ਪਹਿਲਾਂ ਦੱਸੋ ਤੁਹਾਡੇ ਵਪਾਰ ਤੇ ਕੀ ਇਫੈਕਟ ਪਏਗਾ? ਇੱਕ ਵਪਾਰੀ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਜਦੋਂ ਵੀ ਕੋਈ ਟੈਕਸ ਲੱਗਦਾ ਉਸਨੇ ਆਪਣੀ ਜੇਬ ਤੋਂ ਨਹੀਂ ਭਰਨਾ, ਉਹਨੇ ਗਾਹਕ ਤੋਂ ਹੀ ਲੈਣਾ, ਫਿਰ ਤੁਹਾਨੂੰ ਦਿੱਕਤ ਕੀ ਹੈ? ਸਭ ਤੋਂ ਪਹਿਲਾਂ ਸਰ ਮੈਂ ਇੱਕ ਚੀਜ਼ ਐਡ ਕਰਾਂਗਾ, ਬਿਕੋਜ਼ ਮੈਂ ਡਿਬੇਟ ਸੁਣ ਰਿਹਾ ਸੀ, ਬੜੇ ਮਾਹਿਰ ਲੋਕ ਇੱਥੇ ਬੁਲਾਏ ਨੇ ਤੁਸੀਂ ਜਿਹੜੇ ਸਾਨੂੰ ਗਾਈਡ ਵੀ ਕਰਨਗੇ ਅੱਗੇ, ਲੇਕਿਨ ਹੁਣ ਤੁਸੀਂ ਐਜ਼ ਏ ਵਪਾਰੀ ਸਾਡੀ ਦੇਖੋ ਹਾਲਤ ਦੇਖੋ। ਅੱਜ ਇਹ ਤਿੰਨੋਂ ਪੈਨਲ ਤੇ ਬੈਠੇ ਨੇ, ਤਿੰਨੋਂ ਮਾਹਿਰ ਨੇ, ਇਹਨਾਂ ਕੋਲ ਵੀ ਕਲੈਰਿਟੀ ਵੀ ਹੈ ਤੇ ਕਨਫਿਊਜ਼ਨ ਵੀ ਹੈ ਕਿੱਥੇ। ਹੁਣ ਇਹ ਰੋਜ਼ ਦੀਆਂ ਘੱਟੋ ਘੱਟ ਨਹੀਂ ਤਾਂ ਟਿਊਟਰ ਤੇ ਵੀ ਨੇ, ਇਹ ਸਰਕਾਰੀ ਅਫਸਰਾਂ ਨਾਲ ਵੀ ਇਨ ਟੱਚ ਨੇ, ਕੋਈ ਨਾ ਕੋਈ ਕਨਫਿਊਜ਼ਨ ਹੈ। ਇੱਕ ਵਪਾਰੀ ਕੋਲ ਤਾਂ ਕੋਈ ਚੈਨਲ ਨਹੀਂ ਆ ਰਿਹਾ ਨਾ ਜਿਹੜਾ ਆਪਣਾ ਸੋਰਸ ਨਹੀਂ ਆ ਰਿਹਾ ਉਹਨੂੰ ਐਜੂਕੇਟ ਕਰਨ ਦਾ। ਵਪਾਰੀ ਟੋਟਲੀ ਕਨਫਿਊਜ਼ਡ ਹੈ। ਉਹਨੂੰ ਜੇ ਅਸੀਂ ਕੋਈ ਆਪਣੇ ਚਾਰਟਰਡ ਅਕਾਊਂਟੈਂਟ ਕੋਲ ਜਾਂਦੇ ਹਾਂ, ਚਾਰਟਰਡ ਅਕਾਊਂਟੈਂਟ ਕੋਲ ਵੀ ਇੰਨੀ ਇਨਫੋਰਮੇਸ਼ਨ ਨਹੀਂ ਹੈ ਜਿਹੜੇ ਸਾਡੇ ਦੂਆ ਸਾਹਿਬ ਕੋਲ ਹੈਗੀ ਹੈ। ਉੱਥੋਂ ਕੀ ਮਿਲਦਾ ਸਾਨੂੰ? ਇੱਕ ਇਹੀ ਮਿਲਦਾ, ਯਾਰ ਠਹਿਰ ਜਾ ਯਾਰ ਪਲੀਜ਼, ਵੇਟ ਫॉर ਫਿਊ ਡੇਜ਼। ਉਹ ਕਹਿੰਦਾ ਦਿਨ ਆ ਗਏ 3 ਰਹਿ ਗਏ ਵਿੱਚ, ਹਲੇ ਤੁਸੀਂ ਕਹਿ ਰਹੇ ਹੋ ਵੇਟ ਕਰੋ, ਤੇ ਮੈਂ ਵਪਾਰ ਵੀ ਕਰਨਾ ਹੈ, ਮੈਂ ਕਸਟਮਰ ਵੀ ਸੰਭਾਲਣਾ ਹੈ, ਮੈਂ ਪਰਚੇਜ਼ ਵੀ ਕਰਨੀ ਹੈ, ਤੇ ਮੈਂ ਫਿਰ ਕੰਪਾਈਲੇਸ਼ਨ ਵੀ ਕਰਨੀ ਹੈ, ਮੈਂ ਕਿਵੇਂ ਕਰ ਪਾਵਾਂਗਾ? ਤੋ ਇਹ ਚਾਉਜ਼ ਹੈ, ਇਹ ਜਿਹੜਾ ਪ੍ਰੋਬਲਮ ਹੈ ਨਾ, ਅਸੀਂ ਉਸ ਦੀ ਗੱਲ ਕਰ ਰਹੇ ਹਾਂ। ਅਸੀਂ ਵੀ ਚਾਹੁੰਦੇ ਹਾਂ ਸਾਡਾ ਦੇਸ਼ ਹੈ, ਅਸੀਂ ਵੀ ਟੈਕਸ ਪੂਰਾ ਪੇ ਕਰਨ ਨੂੰ ਤਿਆਰ ਬੈਠੇ ਹਾਂ, ਲੇਕਿਨ ਦੇयर ਹੈਜ਼ ਟੂ ਬੀ ਕਲੈਰਿਟੀ। ਅਸੀਂ ਆਲਰੇਡੀ ਪੇ ਕਰ ਰਹੇ ਹਾਂ। ਅਸੀਂ ਤਾਂ ਹਮੇਸ਼ਾ ਕਹਿੰਦੇ ਹਾਂ ਕਿ ਵਪਾਰੀ ਹੀ ਮੈਕਸਿਮਮ ਟੈਕਸ ਪੇ ਕਰਦਾ ਹੈ, ਤਦ ਹੀ ਸਰਕਾਰ ਚੱਲਦੀ ਹੈ। ਵਪਾਰੀ ਹਮੇਸ਼ਾ ਹੁਣ ਵੀ ਟੈਕਸ ਦੇਣ ਨੂੰ ਤਿਆਰ ਬੈਠਾ ਹੈ, ਲੇਕਿਨ ਅਸੀਂ ਚਾਹੁੰਦੇ ਹਾਂ ਵੀ ਇੱਕ ਟਾਈਮ ਤਾਂ ਮਿਲੇ ਵਪਾਰੀ ਨੂੰ ਸਮਝਣ ਦਾ ਵੀ ਆ ਕੀ ਰਿਹਾ, ਇਹ ਸ਼ੇਅਰ ਕਿਹੜਾ ਹੈ ਜਿਹੜਾ ਸਾਨੂੰ ਡਰਾਈਵ ਫਿਰਦਾ ਹੈ, ਲੇਕਿਨ ਸਾਨੂੰ ਕਲੈਰਿਟੀ ਨਹੀਂ ਹੈ। ਚਲੋ ਹੁਣ ਤੁਸੀਂ ਵਪਾਰ ਤੇ ਦੱਸ ਦਿਓ ਕੀ ਫਰਕ ਪੈ ਰਿਹਾ? ਵਪਾਰ ਤੇ ਸਰ ਇਹ ਹੈ ਕਿ ਜਿਵੇਂ ਕੱਪੜੇ ਵਪਾਰ ਨਾਲ ਮੇਰਾ ਟ੍ਰੇਡ ਜੁੜਿਆ ਹੈ, ਪਹਿਲਾਂ ਕੋਈ ਟੈਕਸ ਨਹੀਂ ਸੀਗਾ, ਹੁਣ ਸਿੱਧਾ ਉਹਨੂੰ ਟੈਕਸ ਤੇ ਪਾਤਾ। ਰੋਟੀ, ਕੱਪੜਾ ਔਰ ਮਕਾਨ, 3 ਚੀਜ਼ਾਂ ਨੇ ਜਿਸ ਤੇ ਸਰਕਾਰ ਸ਼ੁਰੂ ਤੋਂ ਕੰਮ ਕਰਦੀ ਆਈ ਹੈ। ਕੱਪੜੇ ਤੇ ਟੈਕਸ ਪਾਉਣ ਦਾ ਸਾਨੂੰ ਕੋਈ ਬਹੁਤ ਮਤਲਬ ਸਾਰਾ ਵਪਾਰੀ ਬੜਾ ਉਹਨੂੰ ਕਹਿ ਰਿਹਾ ਵੀ ਟੈਕਸ ਨਹੀਂ ਲੱਗਣਾ ਚਾਹੀਦਾ ਸੀ। ਇਸ ਤੋਂ ਕਿਵੇਂ ਮਹਿੰਗਾਈ ਘਟੇਗੀ ਜਾਂ ਕਿਵੇਂ ਕੱਪੜਾ ਸਸਤਾ ਪਏਗਾ, ਜਿਵੇਂ ਸਾਡੇ ਪੈਨਲ 'ਚ ਬੈਠੇ ਨੇ ਕਿ ਅਲਟੀਮੇਟਲੀ ਸਸਤੀ ਚੀਜ਼ ਪਏਗੀ, ਉਹ ਅਸੀਂ ਸਮਝਣਾ ਚਾਹੁੰਦੇ ਹਾਂ, ਬਿਕੋਜ਼ ਸਾਰਾ ਦੇਸ਼ ਦਾ ਵਪਾਰੀ ਸਿਸਟਮ ਸਮਝਣਾ ਚਾਹਤਾ ਹੈ। ਕਿੰਨਾ ਟੈਕਸ ਪਿਆ ਤੁਹਾਡੇ ਕੱਪੜੇ ਦੇ ਉੱਤੇ? ਸਰ ਰਫਲੀ ਅਬਾਊਟ ਬ੍ਰਾਂਡਡ ਤੇ ਅਨਬ੍ਰਾਂਡਡ ਦੋ ਡਿਫਰੈਂਟ ਸਲੈਬਸ ਨੇ। ਅਨਬ੍ਰਾਂਡਡ ਦੇ ਆਪਣਾ ਹੈਗਾ 5% ਔਰ ਬ੍ਰਾਂਡਡ ਤੇ ਮੇਰੇ ਖਿਆਲ ਸੇ 18%। ਅੱਛਾ ਇੱਕ ਮਿੰਟ ਰੁਕ ਜਾਓ ਇੱਥੇ, ਦੂਆ ਸਾਹਿਬ ਮੈਨੂੰ ਹੁਣ ਇੱਕ ਗੱਲ ਦਾ ਜਵਾਬ ਦਿਓ ਜਿਹੜਾ ਮੈਂ ਪਿਛਲੀ ਵਾਰੀ ਪੁੱਛਿਆ ਸੀ। ਚੰਡੋਕ ਸਾਹਿਬ ਰਜਤ ਸਾਹਿਬ ਦੀ ਦੁਕਾਨ ਤੇ ਜਾਂਦੇ ਨੇ ਔਰ ਇਹਨਾਂ ਨੂੰ ਇੱਕ ਸ਼ਰਟ ਪਸੰਦ ਆ ਜਾਂਦੀ ਹੈ ਜਿਸ ਤੇ 5% ਟੈਕਸ ਹੈ। ਦੇਖਦੇ ਦੇਖਦੇ ਇਹਨਾਂ ਨੂੰ ਇੱਕ ਅਜਿਹੀ ਸ਼ਰਟ ਪਸੰਦ ਆ ਗਈ ਜਿਸ ਤੇ 18% ਟੈਕਸ ਹੈ। ਜਦੋਂ ਇਹਨਾਂ ਨੇ ਕਿਹਾ ਵੀ ਆਹ ਪੈਕ ਕਰਦੇ ਤੇ ਰਜਤ ਨੇ ਕਿਹਾ ਇਹਦੇ ਤੇ 18% ਟੈਕਸ ਹੈ, ਇਹਨਾਂ ਦੇ ਦਿਮਾਗ 'ਚ ਆਏਗਾ ਕਿ ਜਿਹੜੀ ਸ਼ਰਟ ਮੈਨੂੰ ਪਸੰਦ ਆ ਗਈ ਇਹਨੇ 5 ਤੋਂ ਚੱਕ ਕੇ ਸਿੱਧਾ 18% ਟੈਕਸ ਵਧਾ ਦਿੱਤਾ। ਜਿਹੜੀ ਦੁਕਾਨਦਾਰ ਤੇ ਗ੍ਰਾਹਕ ਦੀ ਬਾਉਂਡਿੰਗ ਹੈ ਉਹ ਖਰਾਬ ਹੋਏਗੀ ਕਿ ਨਹੀਂ ਹੋਏਗੀ? ਸਰ ਯੂ ਵੇਟ ਐਂਡ ਵਾਚ, ਥੋੜਾ ਜਿਹਾ ਧੀਰਜ ਰੱਖੋ, ਪੇਸ਼ੈਂਸ ਰੱਖੋ। ਇੱਕ ਚੀਜ਼ ਅਸੀਂ ਭੁੱਲ ਰਹੇ ਹਾਂ ਜਿਹੜੀ ਆਦੀਆ ਸਾਹਿਬ ਨੇ ਬਹੁਤ ਸ਼ਾਨਦਾਰ ਕਲੀਅਰ ਕੀਤੀ। ਗੁਜਰਾਤ ਤੋਂ ਹੈਗੇ ਨੇ, ਗੁਜਰਾਤ ਦੀ ਟੈਕਸਟਾਈਲ ਇੰਡਸਟਰੀ ਤੁਹਾਨੂੰ ਪਤਾ ਹੀ ਹੈ ਕਿੰਨੀ ਉੱਚੀ ਹੈਗੀ ਹੈ। ਉਹਨਾਂ ਨੇ ਬੜਾ ਕਲੀਅਰਲੀ ਕਿਹਾ ਕਿ ਪਰ ਸੇ ਕੱਪੜੇ ਦੇ ਉੱਤੇ GST ਸੇਲਸ ਟੈਕਸ ਨਹੀਂ ਹੈਗਾ ਸੀ। ਐਗਰੀਡ। ਜਿੰਨਾ ਵੀ ਇਨਪੁਟ ਸੀ, ਚਾਹੇ ਉਹ ਯਾਨ ਸੀ, ਕਾਟਨ ਸੀ, ਸਭ ਦੇ ਉੱਤੇ ਟੈਕਸ ਹੈਗਾ ਜੀ। ਇਫ ਯੂ ਗੋ ਬੈਕਵਰਡਸ, ਪਿੱਛੇ ਜਾਓ ਤੇ ਟੈਕਸ ਕੈਸਕੇਡਿੰਗ ਟੈਕਸ ਹੈਗਾ। ਉਹ ਉਸ ਦਾ ਕੋਈ ਨਿਵਾਰਨ ਨਹੀਂ ਹੈ, ਮਤਲਬ ਉਹ ਪਾਸ ਔਨ ਹੋ ਰਿਹਾ ਹੈ। ਔਨ ਦ ਫੇਸ ਆਫ ਇਟ ਤੁਸੀਂ ਟੈਕਸ ਨਹੀਂ ਲਾਇਆ। ਇੱਥੇ ਕੀ ਹੋਏਗਾ ਜੀ? ਲੱਗ ਕੇ ਆ ਰਹੀ ਹੈ ਚੀਜ਼, 100% ਮਹਿੰਗੀ ਪੈ ਰਹੀ ਹੈ, 100%। ਤੁਸੀਂ 19 ਉਹ ਵੇਚ ਰਹੇ ਹੋ। ਉਹ ਸਰ 5% ਦਾ ਤੁਹਾਨੂੰ ਇਨਪੁਟ ਕ੍ਰੈਡਿਟ 11% ਮਿਲੇਗਾ, ਚਾਹੇ ਉਹ ਛੋਟੀ ਵੈਲਿਊ ਤੇ ਮਿਲੇਗਾ, ਕਿਉਂਕਿ ਇੱਥੇ ਜਿਹੜੀ ਹੈ। ਅੱਛਾ, ਇਸ ਦੇ ਵਿੱਚ ਇੱਕ ਹੋਰ ਚੀਜ਼ ਦੇਖੋ ਕਿ ਦਿਸ ਇਜ਼ ਐਨ ਇਨਵੋਇਸ ਬੇਸਡ ਟੈਕਸ, ਇਹ MRP ਬੇਸਡ ਟੈਕਸ ਨਹੀਂ ਹੈਗਾ ਜੇ। ਹਾਂ ਠੀਕ ਹੈ। ਯੂ نو ਐਕਸਾਈਜ਼ ਜਿਹੜੀ ਹੈ MRP ਤੇ ਲੱਗਦੀ ਹੈ, ਤੁਹਾਨੂੰ ਪਤਾ ਹੀ ਹੈ। ਪਰ ਦੂਆ ਸਾਹਿਬ ਇੱਕ ਕਲੈਰਿਟੀ ਹੋਰ ਦੇ ਦਿਓ ਨਾ, ਜਿਹੜੇ ਗਾਹਕ ਨੇ 5% ਤੇ ਕੱਪੜੇ ਖਰੀਦ ਲਏ ਉਹਨੂੰ ਤਾਂ ਵਾਪਸ ਕੁਝ ਨਾ ਮੁੜਿਆ ਨਾ, ਦੁਕਾਨਦਾਰ ਨੂੰ ਤੁਸੀਂ ਵਾਪਸ ਦੇ ਰਹੇ ਹੋ, ਪਰ ਗਾਹਕ ਨੂੰ ਕੀ ਮਿਲਿਆ? ਗਾਹਕ ਤਾਂ 5% ਹੋਰ ਐਕਸਟਰਾ ਦੇ ਕੇ ਗਿਆ ਤੁਹਾਨੂੰ। ਸਰ ਇਹ ਖਰੀਦ ਕਿਸ ਕੋਲ ਰਹੇ ਨੇ? ਇਹ ਮੈਨੂਫੈਕਚਰਰ ਕੋਲ ਖਰੀਦ ਰਹੇ ਨੇ। ਮੈਨੂਫੈਕਚਰਰ ਜਿਹੜਾ ਉਹ B2B ਹੈਗਾ ਜੇ, ਉਹ ਆਪਣੀ ਕਾਟਨ ਜਾਂ ਯਾਨ ਜਾਂ ਧਾਗਾ ਜਾਂ ਜੋ ਵੀ ਚੀਜ਼ ਹੈ ਜੀ, ਉਹ ਤੇ ਬਿਜ਼ਨਸ ਤੋਂ ਵੈਂਡਰ ਤੋਂ ਖਰੀਦ ਰਿਹਾ। ਉਹਦਾ ਸਾਰਾ ਜਿੰਨਾ ਵੀ ਟੈਕਸ ਉਹ ਦੇ ਰਿਹਾ ਹੈ ਉਹ ਉਸ ਦਾ ਸੈਟ ਆਫ ਲੈ ਰਿਹਾ ਜੀ। ਉਹ ਆਪਣਾ ਰੇਟ ਇਹਨਾਂ ਨੂੰ ਕੱਟ ਕਰੇਗਾ, ਉਸ ਕੱਟ ਦੇ ਉੱਤੇ 5% ਲੱਗ ਕੇ ਹੋ ਸਕਦਾ ਓਨਾ ਹੀ ਹੋਏ ਜਾਂ ਫਿਰ ਕੱਟ ਹੋ ਜਾਏ। ਪਲੀਜ਼ ਵੇਟ, ਹੈਵ ਪੇਸ਼ੈਂਸ। ਹਾਂਜੀ ਕੇਸ਼ਵ ਜੀ। ਇਹਦੇ ਚ ਮੈਂ ਇੱਕ ਚੀਜ਼ ਐਡ ਕਰਨਾ ਚਾਹੁੰਦਾ, ਜਿੱਦਾਂ ਦਿਨੇਸ਼ ਜੀ ਨੇ ਕਿਹਾ ਕਿ ਜਦੋਂ ਪਿਛਲੀ ਸਟੇਜ ਹੈਗੀ ਹੈ, ਯਾਨ ਹੈ, ਕਾਟਨ ਹੈ, ਉਹਦੇ ਤੇ ਐਕਸਾਈਜ਼ ਲੱਗਦਾ ਹੈ, ਤੇ ਜਦੋਂ ਟ੍ਰੇਡਰ ਖਰੀਦਦਾ ਹੈ ਜਾਂ ਜੋ ਅਸਲ ਵਪਾਰੀ ਹੈ ਉਹ ਖਰੀਦਦਾ ਹੈ, ਉਹਨੂੰ ਅੱਗੇ ਵੈਟ ਐਗਜ਼ੈਂਪਟਡ ਹੈ ਤੇ ਹੁਣ ਉਹ 5% ਲੱਗੇਗਾ। ਜਿਹੜਾ ਪੁਰਾਣਾ ਹੈ ਉਹਨੂੰ ਕ੍ਰੈਡਿਟ ਮਿਲੇਗਾ। ਇਹਦੇ ਨਾਲ ਸਰਕਾਰ ਨੇ ਇਹ ਵੀ ਪ੍ਰੋਵੀਜ਼ਨ ਰੱਖਿਆ ਹੈ ਕਿ ਜਦੋਂ
ਤੁਹਾਡਾ ਇਨਪੁਟ ਜਿਹੜਾ ਤੁਸੀਂ ਮਾਲ ਖਰੀਦ ਰਹੇ ਹੋ ਅਗਰ ਉਹਦੇ ਉੱਤੇ ਤੁਸੀਂ ਜ਼ਿਆਦਾ ਪੇ ਕਰ ਰਹੇ ਹੋ ਔਰ ਆਊਟਪੁੱਟ ਜਿਹੜਾ ਹੈ ਉਹਦੇ ਚ ਤੁਸੀਂ ਕਮ ਪੇ ਕਰ ਰਹੇ ਹੋ, ਜਿਹੜਾ ਡਿਫਰੈਂਸ ਹੈ ਉਹ ਤੁਹਾਨੂੰ ਰਿਫੰਡ ਮਿਲੇਗਾ। ਪਹਿਲੀ ਗੱਲ। ਦੂਜੀ ਗੱਲ ਜਿਹੜੀ ਹੈਗੀ ਹੈ ਕਿ ਜੋ ਆਪਾਂ ਡਿਸਕਸ ਕਰ ਰਹੇ ਹਾਂ, ਪਹਿਲੇ ਸੱਤਰ ਵੀ ਆਪਾਂ ਡਿਸਕਸ ਕੀਤਾ ਹੈ ਕਿ ਜਿਹੜੀ ਪ੍ਰਾਈਸਿੰਗ ਹੈ ਉਹ ਕਮ ਹੋਏਗੀ ਤੇ ਕਸਟਮਰ ਨੂੰ ਮਿਲੇਗਾ। ਉਹਦੇ ਲਈ ਸਰਕਾਰ ਨੇ ਇੱਕ ਐਂਟੀ ਪ੍ਰੋਫਿਟੇਰਿੰਗ ਕਮੇਟੀ ਵੀ ਬਣਾਈ ਹੈ, ਉਹ ਮੋਨੀਟਰ ਕਰੇਗੀ ਕਿ ਕਿੰਨਾ ਟੈਕਸ ਬੈਨੀਫਿਟ ਵਪਾਰੀਆਂ ਨੂੰ, ਮੈਨੂਫੈਕਚਰਰ ਨੂੰ GST ਦੇ ਅੰਦਰ ਮਿਲ ਰਿਹਾ ਹੈ ਤੇ ਉਹ ਜਿਹੜਾ ਟੈਕਸ ਬੈਨੀਫਿਟ ਹੈ ਉਹ ਕਸਟਮਰ ਨੂੰ ਪਾਸ ਆਨ ਹੋਏ, ਇਕੁਇਵਲੈਂਟ ਪਾਸ ਆਨ ਹੋਏ, ਤੇ ਜਿਹੜਾ ਨਹੀਂ ਕਰੇਗਾ ਉਹਦੇ ਉੱਤੇ ਪੀਨਲ ਐਕਸ਼ਨ ਹੋਏਗਾ। ਹਾਂਜੀ, ਇਹ ਇੱਕ ਮਿੰਟ, ਮੈਂ ਚੰਡੋਕ ਸਾਹਿਬ ਆਨਾ ਤੁਹਾਡੇ ਕੋਲ। ਹਾਂਜੀ ਰਾਜੂ ਜੀ, ਮੈਂ ਇਹ ਪੁੱਛਣਾ ਚਾਹੁੰਦਾ, ਜਿਹੜਾ ਇਹਨਾਂ ਨੇ ਕਿਹਾ ਵੀ ਜਿਹੜਾ ਪੁਰਾਣਾ ਮਾਲ ਪਿਆ ਉਸ ਤੇ ਤੁਹਾਨੂੰ ਕੁਝ ਟੈਕਸ ਬੈਨੀਫਿਟ ਮਿਲੇਗਾ, ਉਹ ਜਦ ਉਸ ਕੋਲ ਐਕਸਾਈਜ਼ੇਬਲ ਬਿੱਲ ਹੋਏਗਾ ਤਦੀ ਉਸ ਕੋਲ ਤਾਂ ਇੱਕ ਟ੍ਰੇਡਰ ਤੋਂ ਜਾਂ C&F ਤੋਂ ਬਿਲਿੰਗ ਆਈ, ਉਸ ਕੋਲ ਤਾਂ ਸਿੰਪਲ ਇੱਕ CST ਲੱਗ ਕੇ, ਜਿਵੇਂ ਚੰਡੀਗੜ੍ਹ ਦਾ ਐਗਜ਼ਾਮਪਲ ਲੈਂਦੇ ਹਾਂ, ਇੱਥੇ ਤਾਂ ਟੋਟਲੀ ਬਾਹਰੋਂ ਮਾਲ ਆਉਂਦਾ ਤੇ ਬਾਹਰੋਂ ਆਉਂਦਾ 2% CST ਲੱਗੀ, ਤੇ ਇੱਕ ਵਪਾਰੀ ਕਿਵੇਂ ਸਾਰੇ ਚੀਜ਼ਾਂ ਮੈਨੇਜ ਕਰੇਗਾ, ਕਿਵੇਂ ਟ੍ਰੇਨ 'ਚ ਚੜਾਏਗਾ ਤੇ ਕਿੰਨਾ ਬੈਨੀਫਿਟ ਮਿਲੇਗਾ, ਬਿਕੋਜ਼ ਉਸ 'ਚ ਸਾਰੀ ਚੀਜ਼ਾਂ ਉਸਦਾ ਵੀ ਹੈ ਜੀ। ਮੈਂ ਇਹਦੇ ਚ ਐਡ ਕਰਨਾ ਚਾਹੁੰਦਾ, ਇਹਨਾਂ ਦਾ ਬਹੁਤ ਵੈਲਿਡ ਪੁਆਇੰਟ ਹੈ ਕਿ ਮੇਰੇ ਕੋਲ ਜਿਹੜਾ ਬਿੱਲ ਆਉਂਦਾ ਉਹਦੇ ਉੱਤੇ ਕੋਈ ਐਕਸਾਈਜ਼ ਨਹੀਂ ਲੱਗੀ ਹੁੰਦੀ, CST ਦਾ ਬਿੱਲ ਆਏਗਾ ਜਾਂ ਮੈਂ ਬਾਹਰੋਂ ਮਾਲ ਖਰੀਦਣਾ C ਫਾਰਮ ਤੇ ਆ ਗਿਆ। ਇਹਦੇ ਚ ਵੀ ਸਰਕਾਰ ਨੇ ਪ੍ਰੋਵੀਜ਼ਨ ਰੱਖਿਆ ਹੈ ਕਿ ਅਗਰ ਤੁਹਾਡਾ ਆਊਟਪੁੱਟ ਜਿਹੜਾ ਹੈ ਜੋ ਫਾਈਨਲ ਤੁਸੀਂ ਵੇਚੋਗੇ ਉਹਦੇ ਚ ਰੇਟ 5% ਜਾਂ 12% ਹੈ, ਜਦੋਂ ਉਹਨੂੰ ਤੁਸੀਂ ਵੇਚੋਗੇ ਉਹਦਾ 40% ਜਿਹੜਾ ਸੈਂਟਰ ਕੰਪੋਨੈਂਟ ਹੈ ਉਹਦਾ 40% ਕ੍ਰੈਡਿਟ ਤੁਹਾਨੂੰ ਵਾਪਿਸ ਕਰਾਂਗੇ ਅਸੀਂ, ਤੇ ਉਹ 6 ਮਹੀਨੇ ਤੱਕ ਉਹ ਸਕੀਮ ਲਾਗੂ ਰਹੇਗੀ ਤੇ 31 ਦਸੰਬਰ ਤੱਕ ਤੁਸੀਂ ਉਹਦਾ ਬੈਨੀਫਿਟ ਲੈ ਸਕਦੇ ਹੋ। ਦੂਜੀ ਗੱਲ ਜਿਹੜੀ ਹੈਗੀ ਹੈ, ਹੁਣੇ ਅਗਰ ਅਸੀਂ ਗੱਲ ਕਰੀਏ ਜਿਹੜੀ ਐਕਸਾਈਜ਼ ਤੁਸੀਂ ਪੇ ਕਰਕੇ ਆਉਂਦੇ ਹੋ ਉਹਦੇ ਚ ਫਾਈਨਲ ਰੇਟ ਜਿਹੜਾ ਤੁਸੀਂ ਜਦੋਂ ਸੇਲ ਕਰਦੇ ਹੋ ਉਹਦੇ ਉੱਤੇ ਕੋਈ ਟੈਕਸ ਨਹੀਂ ਹੁੰਦਾ, ਜਿਹੜੀ ਐਕਸਾਈਜ਼ ਤੁਸੀਂ ਪੇ ਕੀਤੀ ਹੈ ਉਹ ਸਾਰੀ ਦੀ ਸਾਰੀ ਰਿਵਰਸ ਹੋ ਜਾਂਦੀ ਹੈ, ਕੋਈ ਬੈਨੀਫਿਟ ਤੁਹਾਨੂੰ ਕਿਸੇ ਵੀ ਪ੍ਰਕਾਰ ਦਾ ਨਹੀਂ ਮਿਲਦਾ, ਉਹ ਤੁਹਾਡੀ ਕਾਸਟ ਵਧਾਉਂਦੀ ਹੈ, ਬੈਨੀਫਿਟ ਮਿਲੇਗਾ ਵਾਪਸ। ਜੀ ਬਿਲਕੁਲ, GST ਆਉਣ ਤੋਂ ਬਾਅਦ ਉਹ ਬੈਨੀਫਿਟ ਮਿਲੇਗਾ ਤੁਹਾਨੂੰ। ਚੰਡੋਕ ਸਾਹਿਬ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਚਾਹਨਾ ਜੀ। ਇੱਕ ਸਟੇਟ ਦੇ ਵਿੱਚ 36 ਸਕੂਲ ਨੇ, 36 ਸਕੂਲ ਪਹਿਲੀ ਤੋਂ ਲੈ ਕੇ 9ਵੀਂ ਤੱਕ ਜੋ ਪੜਾਉਣਾ ਚਾਹੁੰਦਾ ਪੜਾਣ, ਔਰ ਇਹ ਅਜ਼ੰਪਸ਼ਨ ਹੈ ਕਿ ਉਹ CBSE ਕਰਦੇ ਨੇ, ਪਰ ਜਦੋਂ 10ਵੀਂ ਜਾਂਦੇ ਨੇ ਸਾਰੇ ਦਾ ਇੱਕੋ ਐਗਜ਼ਾਮ ਹੁੰਦਾ ਹੈ। 29 ਸਟੇਟਸ ਨੇ, 7 ਯੂਨੀਅਨ ਟੈਰੀਟਰੀ, ਇਹੋ 36 ਸਕੂਲ ਨੇ, ਇੱਕ ਜਗ੍ਹਾ ਜਾ ਕੇ ਬੋਰਡ ਐਗਜ਼ਾਮ ਲਿਖਣਾ ਪਏਗਾ। ਬੋਰਡ ਐਗਜ਼ਾਮ ਵੀ ਜਦ ਬੰਦਾ ਦੇ ਦਿੰਦਾ ਨਾ 10ਵੀਂ ਦੇ ਬਾਅਦ ਨੂੰ ਲੱਗਦਾ ਯਾਰ ਇਹ ਤਾਂ ਹਵਾ ਹੀ ਰਹਿ ਗਿਆ ਸੀ। ਹੁੰਦਾ ਕੀ ਹੈ ਜੀ, ਜਦ ਸਾਰੇ ਦੇ ਮਾਰਕਸ ਸੇਮ ਸਟੈਂਡਰਡ ਤਰੀਕੇ ਨਾਲ ਹੁੰਦੇ ਨੇ, ਸਭ ਕੁਝ ਸੇਮ ਹੁੰਦਾ ਹੈ, ਕਈ ਚੀਜ਼ਾਂ 'ਚ ਆਇਰਨ ਆਊਟ ਹੁੰਦੀ ਹੈ। ਮੇਰੇ ਖਿਆਲ ਨਾਲ ਲੈਵਲ ਆਫ ਪ੍ਰੀਪੇਅਰਡਨੈਸ, ਵਪਾਰੀ ਵਰਗ ਦੀ ਗੱਲ ਕਰੀਏ, ਇਹਦੇ ਸਾਨੂੰ ਡਿਫਰੈਂਸ਼ੀਏਟ ਇਹ ਕਰਨਾ ਪਏਗਾ। ਵੱਡੇ ਵਪਾਰੀ ਨੂੰ ਬਿਲਕੁਲ ਸਾਈਡ ਕਰ ਦੋ, ਉਹਦੇ ਕੋਲ ਤਾਂ ਪਹਿਲੇ ਹੀ ਸਿਸਟਮ ਪਏ ਹੋਏ ਨੇ, ਉਹ ਵੈਟ ਕਰਦਾ ਸੀ ਜਾਂ GST ਕਰੇਗਾ, ਕੱਲ ਐਕਸਾਈਜ਼ ਜੋ ਵੀ ਤੁਸੀਂ ਕਹੋਗੇ ਕਰਨ ਨੂੰ ਤਿਆਰ ਹੈ। ਉਹੀ ਹੈ ਨਾ, ਮੈਂ ਇੱਕ ਵਾਰ ਫਿਰ ਮੇਰਾ ਸਵਾਲ ਉੱਥੇ ਹੀ ਖੜਾ ਹੈ। ਮਾਨਸਾ ਦੇ ਵਿੱਚ, ਭੁੱਚੋ ਮੰਡੀ ਦੇ ਵਿੱਚ, ਤਲਵੰਡੀ ਸਾਬੋ ਦੇ ਵਿੱਚ, ਜਿੱਥੇ ਛੋਟੇ ਛੋਟੇ ਟਾਊਨਸ ਨੇ, ਜਿੱਥੇ ਛੋਟੀ ਛੋਟੀਆਂ ਦੁਕਾਨਾਂ ਨੇ, ਉਹ ਦੁਕਾਨਦਾਰ ਕਿੱਥੇ ਜਾਣਗੇ ਜਿਨ੍ਹਾਂ ਨੂੰ ਕੋਰੇ ਅਨਪੜ੍ਹ, ਮੈਂ ਕਹਿ ਦਿੰਦਾ ਚਲੋ ਕੋਰੇ ਅਨਪੜ੍ਹ ਨੇ, ਜਿਨ੍ਹਾਂ ਨੂੰ ਕੰਪਿਊਟਰ ਬਾਰੇ ਕੋਈ ਨੌਲੇਜ ਨਹੀਂ, ਜਿਨ੍ਹਾਂ ਨੂੰ ਡੇਟਾ ਕਿਵੇਂ ਅਪਲੋਡ ਕਰਨਾ ਹੈ। ਇਹਦੇ ਵਿੱਚ ਮੈਂ ਇੱਕ ਵਾਰ ਆਪਣੀ ਗੱਲ ਪੂਰੀ ਕਰ ਦਿੰਦਾ। ਇਹਦਾ ਸਰ ਤੁਸੀਂ ਇਸ ਗੱਲ ਨੂੰ ਕਹਿ ਰਹੇ, ਮੈਂ ਤੁਹਾਨੂੰ ਕਿੰਨੇ ਹੀ ਪੈਰਲ ਦੇ ਸਕਦਾ। ਪਾਸਪੋਰਟ ਜਦ ਕੰਪਿਊਟਰਾਈਜ਼ ਕਰਨ, ਦੇਖੋ ਸਰ ਅਸੀਂ ਟੈਕਨੀਕਲ ਗੱਲ ਇੱਕ ਚੀਜ਼ ਹੋ ਗਈ, ਇੱਕ ਮੈਂ ਪ੍ਰੈਕਟੀਕਲ ਗੱਲ ਕਰ ਰਿਹਾ। ਪਾਸਪੋਰਟ ਜਦ ਸ਼ੁਰੂ ਹੋਇਆ, ਜਦ TCS ਨੂੰ ਇਹਦਾ ਕੰਟਰੈਕਟ ਦਿੱਤਾ ਗਿਆ, ਲੋਕਾਂ ਨੇ ਕਿਹਾ ਕਿ ਲੋਕੀ ਜਿਹੜੇ ਕਿਹਦਾ ਪਾਸਪੋਰਟ ਬਣਾਉਣਗੇ, ਇਹ ਸਭ ਕੁਝ ਕੰਪਿਊਟਰਾਈਜ਼ਡ ਹੋ ਗਿਆ। ਅੱਜ ਉਹੀ ਚੀਜ਼ ਇੰਨੀ ਸਮੂਥ ਔਰ ਇੰਨੀ ਅੱਛੀ ਹੋ ਗਈ ਹੈ। ਸਰ ਅਸੀਂ ਇਸ ਗੱਲ ਨੂੰ ਇੰਨਾ ਕੰਪਲਿਕੇਟ, ਪਾਸਪੋਰਟ ਦਾ ਤੁਸੀਂ ਆਮ ਲੋਕਾਂ ਨਾਲ ਤਾਲੁਕ ਜ਼ਿਆਦਾ ਨਹੀਂ ਰੱਖ ਸਕਦੇ, ਕਿਉਂਕਿ ਹਰ ਕੋਈ ਬੰਦਾ ਪਾਸਪੋਰਟ ਨਹੀਂ ਬਣਾਉਂਦਾ ਜਾਂ ਹਰ ਕੋਈ ਬੰਦੇ ਦੀ ਰੋਜ਼ੀ ਰੋਟੀ ਪਾਸਪੋਰਟ ਦੇ ਨਾਲ ਨਹੀਂ ਜੁੜੀ ਹੋਈ। ਇਹ ਮਸਲਾ ਰੋਜ਼ੀ ਰੋਟੀ ਦਾ, ਦੁਕਾਨਦਾਰੀ ਦਾ, ਵਪਾਰੀ ਜੁੜੇ ਹੋਏ। ਜੀ ਦੁਆ ਸਾਹਿਬ, ਇੱਕ ਛੋਟਾ ਜਿਹਾ ਐਗਜ਼ਾਮਪਲ ਦਿਆਂਗਾ। ਮੇਰਾ ਡਰਾਈਵਰ ਹੈ ਜੀ, ਉਹਦਾ ਨਾਮ ਹੈ ਹਿਮ ਬਹਾਦੁਰ। ਉਹ ਮੇਰੇ ਖਿਆਲ 10ਵੀਂ ਪਾਸ ਵੀ ਨਹੀਂ ਹੈਗਾ। उसके कोल स्मार्टफोन है जी, बड़ा चाइनीज स्मार्टफोन, 4000 रुपए का खरीदया उन्हें। मैं उन्होंने पूछा यार, मैं क्या कल लास्ट डेट हैगी है, मैं अपना पैन ते आधार जरा लिंक करना है। कहते सर मैं आपको बताता हूँ, क्या बताता हूँ कि सर एक वो SMS करना है, SMS से आपको जो है एक लिंक आ जाएगा सर, लिंक में आप क्लिक करिए। एंड ही टुक माई स्मार्टफोन, डिड एग्जैक्टली दैट, एंड आई कुड रजिस्टर इट हार्डली इन हाफ अ मिनट। ਤੁਸੀਂ ਸਰ ਇਹ ਸੋਚੋ, ਅੱਜ ਦੀ ਜਿਹੜੀ ਜਨਰੇਸ਼ਨ ਹੈਗੀ ਹੈ ਉਹ ਬਹੁਤ ਜ਼ਿਆਦਾ ਸੇਵੀ ਹੋ ਚੁੱਕੀ ਹੈ। ਹਿੰਦੀ, ਪੰਜਾਬੀ, ਜੋ ਵੀ ਅਸਮੀਜ਼ ਦੇ ਵਿੱਚ ਪੜ੍ਹ ਕੇ ਉਹ ਆਪਣੇ ਮੋਬਾਈਲ ਦੇ ਉੱਤੇ ਲਿਟਰੇਟ ਹੋ ਚੁੱਕੇ ਹੈ। ਇੱਕ ਦੁਆ ਸਾਹਿਬ ਮੇਰੀ ਕੁਐਰੀ ਹੋਰ ਵੀ ਹੈ, ਇੱਕ ਚੀਜ਼ ਹੋਰ ਵੀ ਹੈ। ਜਦੋਂ ਨੋਟਬੰਦੀ ਹੋਈ ਸੀਗੀ ਉਦੋਂ ਵੀ ਤੁਸੀਂ ਸਾਡੇ ਪੈਨਲ ਦੇ ਵਿੱਚ ਸੀਗੇ, ਉਦੋਂ ਤੁਸੀਂ ਵੀ ਇਹ ਦਾਅਵਾ ਕੀਤਾ ਸੀ ਕਿ ਨੋਟਬੰਦੀ ਤੋਂ ਬਾਅਦ ਇੱਕ ਬੜਾ ਵੱਡਾ ਬਦਲਾਅ ਆਏਗਾ ਦੇਸ਼ ਦੇ ਵਿੱਚ, ਆਰਥਿਕ ਸਥਿਤੀ ਵਧੇਗੀ, GDP ਵਧੇਗੀ, ਔਰ ਜੋ ਸਰਕਾਰ ਦਾ ਟਾਰਗੇਟ ਸੀ ਕਿ ਜਾਲੀ ਜਿਹੜੀ ਕਰੰਸੀ ਉਹ ਖਤਮ ਹੋਏਗੀ, ਨਸ਼ਾ ਖਤਮ ਹੋਏਗਾ, ਟੈਰਰਿਜ਼ਮ ਖਤਮ ਹੋਏਗਾ, ਉਵੇਂ ਦੀਆਂ ਉਵੇਂ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ। ਦੇਸ਼ ਦੇ ਲੋਕ ਥੋੜੇ ਜਿਹੇ ਇਸ ਗੱਲ ਤੋਂ ਆਹਤ ਨੇ ਕਿ ਜੋ ਪਹਿਲਾਂ ਕਿਹਾ ਗਿਆ ਸੀ ਉਹ ਨਹੀਂ ਹੋਇਆ, ਤੇ ਹੁਣ GST ਲਾ ਕੇ ਤੁਸੀਂ ਕਹਿ ਰਹੇ ਹੋ ਕਿ ਬਹੁਤ ਵੱਡੇ ਬਦਲਾਅ ਹੋ ਜਾਣਗੇ। ਮਨ ਦੇ ਵਿੱਚ ਇੱਕ ਵਹਿਮ ਜ਼ਰੂਰ ਰਹਿ ਜਾਂਦਾ। ਮੈਂ ਸਹਿਮਤ ਹਾਂ ਪ੍ਰੀਤ ਜੀ ਤੁਹਾਡੇ ਨਾਲ ਬਿਲਕੁਲ ਹੀ। ਦੱਸੋ ਕਿਉਂ? ਦੇਖੋ
ਟੈਰਰਿਜ਼ਮ ਨੂੰ ਛੱਡ ਦਿਓ, ਉਹ ਸਾਨੂੰ ਪਤਾ ਕਿਸ ਕਰਕੇ ਹੋ ਰਿਹਾ। ਸਾਡੇ ਬੜੇ ਚੰਗੇ ਨੇਬਰ ਹੈਗੇ ਨੇ, ਬਹੁਤ ਸ਼ਾਨਦਾਰ, ਉਹ ਜੋ ਕਰ ਰਹੇ ਨੇ ਸਾਰੀ ਦੁਨੀਆ ਨੂੰ ਪਤਾ ਹੈ ਜੀ। ਹੁਣ ਅਗਰ ਤੁਸੀਂ ਦੇਖੋ ਸਾਰਾ ਜਿੰਨਾ ਵੀ ਕੈਸ਼ ਦਾ ਪੈਸਾ ਸੀ ਸਰ, ਉਹ ਸਾਰਾ ਨੈਟ ਦੇ ਵਿੱਚ ਆ ਗਿਆ, ਸਾਰਾ ਬੈਂਕਾਂ ਦੇ ਵਿੱਚ ਆ ਗਿਆ। ਹੌਲੇ ਹੌਲੇ ਕਰਕੇ ਆਮ ਲੋਕ ਨੂੰ ਸਮਝਾਓ, ਮੈਨੂੰ ਲੇਮੈਨ ਨੂੰ ਸਮਝਾਓ ਕੀ ਫਾਇਦਾ ਹੋਇਆ ਉਸ ਚੀਜ਼ ਦਾ। ਕਿਉਂ ਨਹੀਂ ਫਾਇਦਾ ਹੋਇਆ ਸਰ, ਦੱਸੋ ਕਿਵੇਂ ਹੋਇਆ, ਮੈਨੂੰ ਸਮਝਾਓ। ਅੱਜ ਡਿਜੀਟਲ, ਚਾਹੇ ਤੁਸੀਂ ਮੰਨੋ ਨਾ ਮੰਨੋ ਜੀ, ਆਪਾਂ ਸਟੈਟਿਸਟਿਕਸ ਵੀ ਕਦੀ ਖੋਲ ਕੇ ਬਹਿ ਜਾਵਾਂਗੇ ਕਿ ਅੱਜ ਵੀ 40% 0% ਤੋਂ 40% ਪੇਮੈਂਟ ਡਿਜੀਟਲ ਆਨਲਾਈਨ ਹੋ ਰਹੀਆਂ ਨੇ। ਉਹ ਪਹਿਲਾਂ ਨਹੀਂ ਹੋ ਰਹੀਆਂ ਸੀ? ਨਹੀਂ ਹੋ ਰਹੀਆਂ, ਬਿਲਕੁਲ ਨਹੀਂ ਹੋ ਰਹੀਆਂ ਸਨ। 8 ਤੋਂ 10% ਕਿੰਨਾ ਫਰਕ ਪਿਆ? 8 ਤੋਂ 10%, ਮੈਂ ਦੱਸ ਰਿਹਾ ਤੁਹਾਨੂੰ। 30% ਤੁਸੀਂ ਕਹਿ ਰਹੇ ਹੋ ਕੀ ਫਰਕ ਪਿਆ? ਡਿਜੀਟਲ ਪੇਮੈਂਟਸ ਹੋ ਰਹੀਆਂ ਨੇ ਜੀ, ਮੈਪ ਹੋ ਰਿਹਾ ਹੈ। ਅੱਜ ਮੈਂ ਤੁਹਾਨੂੰ ਦੱਸ ਸਕਦਾ ਕਿ ਉਹ ਵਪਾਰੀ ਤੇ ਉਹ ਕੰਪਨੀਆਂ ਜਿਹੜੀਆਂ ਕੈਸ਼ ਦੇ ਵਿੱਚ ਪੈਸੇ ਦਿੰਦੀਆਂ ਸਨ, ਅੱਜ ਚੈੱਕ ਦੇ ਵਿੱਚ ਦੇ ਰਹੀਆਂ ਨੇ ਜੀ। ਕੰਟਰੈਕਟ ਲੇਬਰ ਨੂੰ ਪੇਮੈਂਟ 100% ਚੈੱਕ ਦੇ ਨਾਲ ਜਾ ਰਹੀ ਹੈ ਜੀ। ਕਿਉਂ? ਉਹਨਾਂ ਨੂੰ ਪਤਾ ਅਸੀਂ ਫੜੇ ਜਾਵਾਂਗੇ। ਅਸੀਂ ਅਗਰ ਉਹ ਨੰਬਰ 2 ਦਾ ਪੈਸਾ ਜਾਂ ਗ੍ਰੇ ਮਾਰਕੀਟ ਦਾ ਪੈਸਾ, ਵਿਚ ਵੇ ਵਟਐਵਰ ਯੂ ਕਾਲ ਇਟ, ਰਾਈਟ, ਉਹ ਪੈਸਾ ਸਰਕੂਲੇਸ਼ਨ ਦੇ ਵਿੱਚ ਘੱਟ ਹੋ ਗਿਆ ਸਰ। ਮੈਂ ਨਹੀਂ ਕਹਿੰਦਾ ਕਿ ਐਲੀਮੀਨੇਟ ਹੋਇਆ ਹੈ, ਉਹ 100% ਨਹੀਂ ਖਤਮ ਹੋਇਆ, ਪਰ ਘੱਟ ਤੋਂ ਘੱਟ 20-25% ਉਹ ਵੀ ਜਿਹੜਾ ਕੰਟਰੋਲ ਦੇ ਵਿੱਚ ਆਇਆ। ਇਹ ਚੀਜ਼ਾਂ ਹੌਲੇ ਹੌਲੇ ਹੋਣਗੀਆਂ ਜੀ। ਸਾਡੇ ਜੈਨੇਟਿਕ ਕੋਡ ਦੇ ਵਿੱਚ ਪ੍ਰੋਬਲਮ ਸਨ, ਉਹ ਹੌਲੇ ਹੌਲੇ ਕਰਕੇ ਠੀਕ ਹੋਏਗੀ। ਕੈਂਸਰ ਓਵਰਨਾਈਟ ਤੇ ਖਤਮ ਨਹੀਂ ਹੋ ਸਕਦਾ ਨਾ ਸਰ। ਠੀਕ ਹੈ, ਪਰ ਤੁਸੀਂ ਇੱਕਦਮ ਇੰਨਾ ਤਿੱਖਾ ਤੇਜ਼ ਟੀਕਾ ਨਾ ਲਾਓ ਕਿ ਜਿਹੜੇ ਬੰਦੇ ਨੂੰ ਤੁਸੀਂ ਬਚਾਣਾ ਵਿਚਾਰਾ ਟੀਕੇ ਦੇ ਦਰਦ ਨਾਲ ਹੀ ਮਾਰਿਆ ਜਾਵੇ। ਸਰ ਇਹ ਤਾਂ ਸਾਡੀ ਦੁਕਾਨਦਾਰਾਂ ਦੀ ਇਹ ਸੀ ਕਿ ਵੀ ਐਜੂਕੇਸ਼ਨ ਦਾ ਟਾਈਮ ਤਾਂ ਦਿਓ, ਸਾਨੂੰ ਟਾਈਮ ਤਾਂ ਦੇ ਦਿੰਦੇ, ਬਿਕੋਜ਼ ਇਹਨਾਂ ਇੱਕਦਮ ਹੀ ਸਾਰੀ ਕੁਝ ਕਰਤਾ ਇਹਨਾਂ ਨੇ, ਤੇ ਨਾਲ ਹੀ ਕਹਤਾ 1 ਜੁਲਾਈ ਤੋਂ ਵੀ ਬਿੱਲ ਫਾਰਮੈਟ ਚੇਂਜ ਹੋ ਗਿਆ, ਬਈ ਤੁਸੀਂ ਬਿਲਿੰਗ ਸ਼ੁਰੂ ਕਰ ਦਿਓ, 1 ਮਹੀਨਾ ਤੁਹਾਨੂੰ ਬ੍ਰੇਕ ਦੇਤਾ, ਸੈਪਟੈਂਬਰ 'ਚ ਅਪਲੋਡ ਕਰਨਾ, ਵੀ ਤੁਸੀਂ ਟਾਈਮ ਤਾਂ ਦੇ ਦਿਓ ਸਮਝਾਉਣ ਦਾ। ਹੁਣ ਮੈਂ ਆਪਣੇ ਸੀਏ ਸਾਹਿਬ ਤੋਂ ਇੱਕ ਛੋਟਾ ਜਿਹਾ ਕੁਐਸਚਨ ਪੁੱਛਣਾ, ਬੜੇ ਦਿਲ ਤੇ ਹੱਥ ਰੱਖਣ ਦੱਸ ਦੇਣ ਕਿ ਜਿਹੜਾ ਪਹਿਲਾ ਕੰਮ ਅਕਾਊਂਟੈਂਟ ਕਰਦਾ ਸੀ 2000 'ਚ, ਕਿਆ ਹੁਣ ਉਹ ਕੰਮ ਹੋ ਜਾਏਗਾ 2000 'ਚ? 5000। ਮੈਂ ਪਹਿਲੀ ਗੱਲ ਮੰਨਦੇ ਨਾ, ਕਾਸਟ ਵਧ ਗਈ ਨਾ, ਉਹਦੇ ਬਾਅਦ ਇੰਨੇ ਐਕਸਪਰਟ ਹੋ ਜਾਣਗੇ, ਸਭ ਥੱਲੇ ਆ ਜਾਏਗਾ। ਮੈਂ ਰਜਤ ਸਾਹਿਬ ਦੇ ਨਾਲ ਇੱਕ ਉਹਨਾਂ ਦਾ ਜਵਾਬ ਦੇਣਾ ਚਾਹੁੰਦਾ ਹੈ। ਦੇਖੋ, ਜਦੋਂ ਵੀ ਨਈ ਚੀਜ਼ ਆਉਂਦੀ ਹੈ ਉਹਨੂੰ ਇੰਪਲੀਮੈਂਟ ਕਰਨ 'ਚ ਹਰ ਬੰਦਾ ਇੱਕ ਵਾਰੀ ਕਨਫਿਊਜ਼ਨ 'ਚ ਹੁੰਦਾ ਹੈ, ਉਹਨੂੰ ਪਤਾ ਲੱਗੇਗਾ ਉਹ ਇੱਕ ਵਾਰ ਇੰਪਲੀਮੈਂਟ ਹੋ ਗਿਆ, ਇੱਕ ਵਾਰੀ ਕਾਸਟਿੰਗ ਵਧੇਗੀ ਜ਼ਰੂਰ, ਬਟ 6 ਮਹੀਨੇ ਡਾਊਨ ਦ ਲਾਈਨ ਅਗਰ ਅਸੀਂ ਚਲੇ ਜਾਈਏ, ਉਹ ਤੁਹਾਡੀ ਕਾਸਟ ਘਟੇਗੀ ਕਿਉਂਕਿ ਤੁਹਾਨੂੰ 6 ਮਹੀਨੇ 'ਚ ਪਤਾ ਲੱਗ ਜਾਏਗਾ ਕਿ ਕਿਵੇਂ ਕੀ ਕਰਨਾ ਹੈ, ਕਿੱਦਾਂ ਤੁਸੀਂ ਕਰੋਗੇ। ਹੁਣੇ ਤੁਸੀਂ ਐਜੂਕੇਟਿਡ ਨਹੀਂ ਹੋ ਉਹਦੇ ਲਈ। ਉਹ ਮੈਂ ਤੁਹਾਡੀ ਗੱਲ ਬਿਲਕੁਲ ਮੰਨਦਾ ਹੈ ਕਿ ਸਰਕਾਰ ਨੂੰ ਸਾਰਾ ਜਿਹੜਾ ਟੈਕਸ ਹੈਗਾ, ਜਿਹੜਾ ਲਾਅ ਹੈ, ਉਹ ਪਹਿਲਾਂ ਤੋਂ ਹੀ ਫਾਈਨਲਾਈਜ਼ ਕਰਕੇ ਰੱਖਣਾ ਚਾਹੀਦਾ ਸੀਗਾ, ਉਹਦੇ ਬਾਅਦ ਟਾਈਮ ਦੇਣਾ ਚਾਹੀਦਾ ਸੀਗਾ। ਇਹ ਤਾਂ ਉਹ ਗੱਲ ਹੋ ਗਈ। ਹੁਣ ਚੰਡੋਕ ਸਾਹਿਬ ਇੱਕ ਸਿੱਧਾ ਤੇ ਸਪਸ਼ਟ ਸਵਾਲ, ਥੋੜਾ ਤਿੱਖਾ। ਆਮ ਤੌਰ ਤੇ ਜਿਹੜੀ ਧਾਰਨਾ ਹੈ, ਭਾਵੇਂ ਵਪਾਰੀ ਦੀ ਹੋਵੇ, ਆਮ ਲੋਕਾਂ ਦੀ ਹੋਵੇ, ਸੀਏ ਸਾਹਿਬ ਆਹ ਫੜੋ ਪੈਸੇ, ਟੈਕਸ ਨਹੀਂ ਭਰਨਾ, ਟੈਕਸ ਬਚਾਓ। ਹੁਣ ਇਹਦੇ ਵਿੱਚ ਲੂਪ ਹੋਲ ਦੱਸ ਦਿਓ ਕੀ ਨੇ, ਹੈ ਨੇ ਜਾਂ ਨਹੀਂ ਨੇ? ਭਾਵੇਂ ਨਾ ਦੱਸਣਾ ਹੈ ਨੇ, ਲੋਕੀ ਉਹ ਇਸਤੇਮਾਲ ਨਾ ਕਰ ਲੈਣ, ਪਰ ਇਹ ਦੱਸ ਦਿਓ ਹੈਗੇ ਕਿ ਨਹੀਂ ਨੇ। ਸਰ ਦੇਖੋ, ਜਿਹੜਾ ਵਰਡ ਹੈ ਨਾ ਬਲੈਕ ਮਨੀ, ਐਂਡ ਜਿੰਨੇ ਵੀ ਤੁਸੀਂ ਕਹਿੰਦੇ ਇਹਦੇ ਚ ਇੰਗਲਿਸ਼ ਦੇ ਵੀ ਮਤਲਬ ਟ੍ਰਾਂਸਲੇਸ਼ਨਸ ਹੈਗੀਆਂ, ਡੌਨ ਵੀ ਹੈ, ਇਹ ਵੀ ਹੈ ਸਰ। परफेक्ट बॉडी, परफेक्ट सिस्टम, परफेक्ट कंट्री, ये एक आइडियलिज्म की तरफ शुरुआत होती है। कोई कंट्री नहीं है जी। अमेरिका कहते सी कि उहदे च हैरेसमेंट घट होती है, हुण कोई नवी रजीम आ गई तो वध गई है। पॉइंट सर मेरा ये हैगा है कि कोई सिस्टम फुल प्रूफ नहीं है, हर सिस्टम दे लूप होल्स ने। लूप होल भी एक इंग्लिश वर्ड है, ਇਹਦਾ मतलब फॉरेन कंट्री ਚ ਵੀ ਹੁੰਦਾ ਹੋਏਗਾ, ਠੀਕ ਹੈ ਸਰ, ਤੇ ਇੰਡੀਆ ਚ ਵੀ ਇਹਦਾ ਦੇ ਨੇ। ਪੁਆਇੰਟ ਇਹ ਹੈ ਸਰ, ਤੁਸੀਂ ਕਿਤੇ ਲੂਪ ਹੋਲਸ ਨੂੰ ਬੰਦ ਕਰਨਾ ਚਾਹੁੰਦੇ ਹੋ ਸਰ। ਬੇਈਮਾਨੀ ਔਰ ਇਮਾਨਦਾਰੀ ਇਨਸਾਨ ਦੇ ਅੰਦਰ ਹੈ, ਠੀਕ ਹੈ ਸਰ। ਟਰਸਟ ਕੀ ਹੁੰਦਾ? ਜਦ ਤੁਸੀਂ ਮੈਨੂੰ ਨਹੀਂ ਵੇਖ ਰਹੇ ਤਾਂ ਮੈਂ ਕੀ ਕਰ ਰਿਹਾ? ਪਰ ਪੁਆਇੰਟ ਮੇਰਾ ਇਹ ਹੈ, ਤੁਸੀਂ ਚਾਹੇ ਮੈਨੂੰ ਵੇਖੋ ਚਾਹੇ ਨਾ, ਨਾ ਦੇਖੋ ਜਾਂ ਨਾ ਦੇਖੋ, ਤੁਸੀਂ ਸਿਸਟਮ ਇਹਦਾ ਬਣਾਉਂਦੇ ਕਿ ਮੈਨੂੰ ਸੱਚ ਬਣਨਾ ਪਏਗਾ। ਜੀਐਸਟੀ ਉਹਦੇ ਤਰਫ ਇੱਕ ਬਹੁਤ ਵੱਡਾ ਸਟੈਪ ਹੈ। ਔਰ ਅਸੀਂ ਇਹ ਨਾ ਭੁੱਲੀਏ 1947 ਤੋਂ ਲੈ ਕੇ ਹੁਣ ਤੱਕ ਤੁਸੀਂ ਸਰ ਇੱਕ ਗੱਲ ਕਹੀ ਕਿ ਛੋਟੇ ਤਬਕੇ ਦਾ ਵਪਾਰੀ, ਛੋਟੇ ਕੰਸਰਨ ਜਨਰਲ ਦੂਆ ਸਾਹਿਬ ਨੇ ਗੱਲ ਕਹੀ, ਗਰਗ ਸਾਹਿਬ ਨੇ ਵੀ ਗੱਲ ਕਹੀ ਕਿ 20 ਲੱਖ ਤੋਂ ਥੱਲੇ ਕੁਝ ਹੋਰ ਨੇ, ਨਾਰਥ ਈਸਟ ਸਟੇਟ ਤੇ ਉੱਤਰਾਂਚਲ ਨੂੰ ਛੱਡ ਜਾਈਏ ਜਿੱਥੇ 10 ਲੱਖ ਦੀ ਸਲੈਬ ਹੈ। ਮੈਂ ਇੱਕ ਗੱਲ ਕਰਨਾ ਚਾਹੁੰਦਾ ਜੀ, ਤੁਸੀਂ ਹੱਥ ਤੇ ਦਿਲ ਰੱਖੇ, ਮੈਂ ਕਹਿੰਦਾ ਹੱਥ ਤੇ ਦਿਲ ਰੱਖੇ ਸਾਰੇ ਐਜੂਕੇਟਡ ਲੋਕਾਂ ਤੋਂ ਪੁੱਛ ਲਓ ਇਨਕਮ ਟੈਕਸ ਇੰਡੀਆ ਦੇ ਸਲੈਬ ਕਿੰਨੇ ਨੇ। ਕੋਈ ਇਹ ਦੱਸ ਦੇ ਕਿ 5 ਲੱਖ ਤੇ ਕਿੰਨਾ ਸਲੈਬ ਹੈ, 10 ਤੇ ਕਿੰਨਾ ਹੈ। ਮੈਂ ਕਹਿੰਦਾ ਜੀ 90% ਐਜੂਕੇਟਡ ਲੋਕਾਂ ਨੂੰ ਪਤਾ। ਇਹ ਕੋਈ ਐਸਪਰਸ਼ਨ, ਆਈ ਐਮ ਨਾਟ ਕਾਸਟਿੰਗ ਐਨੀ ਐਸਪਰਸ਼ਨ ਔਨ them। ਪਰ ਜਨਾਬ ਚੰਡੋਕ ਸਾਹਿਬ 200 ਰੁਪਏ ਚ ਆਈਟੀਆਰ ਤਾਂ ਭਰੀ ਜਾਂਦੀ ਹੈ ਨਾ। 200 ਰੁਪਈਆ ਮੈਂ ਦਵਾਂਗਾ, ਕਹਾਂਗਾ ਲੈ ਮੇਰੀ ਆਈਟੀਆਰ ਭਰ ਦੇ। 200 ਰੁਪਏ ਦੀ ਆਈਟੀਆਰ ਦੀ ਗੱਲ ਕਰ ਰਹੇ ਹੋ, ਉਹ ਸਰਕਾਰ ਜੀਐਸਟੀ ਦੇ ਸੁਵਿਧਾ ਸੈਂਟਰ ਵੀ ਬਣਾਉਣ ਲੱਗੀ ਹੈ ਜੀ। ਕੋਈ ਜ਼ਰੂਰੀ ਨਹੀਂ ਹੈ ਤੁਹਾਨੂੰ 20,000 ਜਾਂ 2 ਲੱਖ ਦੀ ਇਨਕਮ ਟੈਕਸ ਭਰਨੀ ਹੈ ਜਾਂ 2 ਲੱਖ ਦਾ ਹੀ ਤੁਸੀਂ ਜੀਐਸਟੀ ਭਰਨਾ ਹੈ ਸਰ। ਸਭ ਦੀ ਨਹੀਂ ਕੰਪਲਿਕੇਟਡ ਨਹੀਂ ਹੋਏਗੀ। ਦੂਜੀ ਗੱਲ, ਮੈਂ ਰਜਤ ਜੀ ਦਾ ਮੈਂ 2 ਤਰੀਕੇ ਨਾਲ ਆਨਸਰ ਦੇਣਾ ਚਾਹਨਾ ਕਿ ਰਜਤ ਜੀ ਆਪਣੀ ਗੱਲ ਠੀਕ ਕਰੇ ਕਿ ਅੱਜ ਇੱਕ ਛੋਟਾ ਅਕਾਊਂਟੈਂਟ ਬੁਲਾਉਂਦੇ ਨੇ 2000 5000 ਜੋ ਵੀ ਲੈਂਦਾ ਹੈ ਉਹ ਉਹਨਾਂ ਦੇ ਬਿੱਲ ਚੜਾ ਦਿੰਦਾ ਹੈ।
ਸਰ ਜਦ ਇਹ ਸਿਸਟਮ ਪੂਰੇ ਇਨਪੁਟ ਕ੍ਰੈਡਿਟ ਨਾਲ ਸਾਈਕਲ ਆਣਾ ਸ਼ੁਰੂ ਹੋ ਜਾਏਗਾ ਨਾ, ਉਹ ਬਿੱਲ ਦੀ ਐਂਟਰੀ ਪਿੱਛੇ ਵਾਲਾ ਬੰਦਾ ਵੀ ਦੇਣਾ ਸ਼ੁਰੂ ਕਰ। ਫॉर एग्जांपल ਤੁਹਾਨੂੰ ਇੰਪਲੋਇਰ ਤਨਖਾਹ ਦਿੰਦਾ ਹੈ, TDS ਕੱਟ ਕੇ ਦਿੰਦਾ ਹੈ, ਤੁਸੀਂ ਤਾਂ 26 ਏਸ ਕੱਢਦੇ ਹੋ, ਆਪਣੇ ਅਕਾਊਂਟੈਂਟ ਨੂੰ ਦਿੰਦੇ ਜੀ ਮੇਰੀ ਰਿਟਰਨ ਫਾਈਲ ਕਰ ਦਿਓ, ਕਿਉਂਕਿ ਉਹ ਪਿੱਛੋਂ ਹੋ ਕਰ ਆ ਰਿਹਾ ਹੁੰਦਾ ਹੈ। ਸਰ 5 ਸਾਲ ਰੁਕ ਜਾਓ, ਛੋਟੇ ਬੱਚੇ ਜਦੋਂ ਪੈਦਾ ਹੋਣਗੇ ਮੋਬਾਈਲ ਤੇ ਕੰਪਿਊਟਰ ਨੂੰ ਲੈ ਕੇ ਆਣਗੇ, they will do the job for you, wait and watch, there is a transformation in the entire ecosystem। ਜੀ ਨਹੀਂ, ਜਿਹੜਾ ਮੈਂ ਚੀਜ਼ ਸਮਝਿਆ ਹੈ ਸਰ ਆਪਣਾ ਚੰਡੋਕ ਸਾਹਿਬ, ਕਿ ਡਬਲ ਕੰਮ ਵਧੇਗਾ, ਕੰਮ ਡਬਲ ਹੋਏਗਾ। ਕਿਵੇਂ? ਪਹਿਲਾਂ ਸਿਰਫ ਬੁੱਕ ਕੀਪਿੰਗ ਹੁੰਦੀ ਸੀਗੀ ਤੇ ਆਪਣਾ ਰਿਟਰਨ ਭਰਦੀ ਚਾਹੁੰਦੀ ਸੀ, ਹੁਣ ਮੈਂ ਜੇ ਸਿੰਪਲੀ ਆਪਣੇ ਅਕਾਊਂਟੈਂਟ ਨੂੰ ਕਹਿਣਾ ਬੁੱਕ ਕੀਪਿੰਗ ਕਰੇ, ਲੇਕਿਨ ਜਿਹੜਾ ਪ੍ਰੋਫੈਸ਼ਨਲ ਨੂੰ ਕੰਪਲਾਈਂਸ ਕਰਨਾ ਹੈ ਉਹਨੂੰ ਉਹ ਸੌਫਟਵੇਅਰ ਦੀ ਜ਼ਰੂਰਤ ਪੈਣੀ ਹੈ। ਠੀਕ ਹੈ, ਹੋ ਸਕਦਾ ਹੈ ਉਹ ਬੁੱਕ ਉਹਨੂੰ ਡਬਲ ਕੰਮ ਕਰਨਾ ਪੈ ਸਕਦਾ, ਅੰਡਰ ਅਨਲੈਸ ਮੈਂ ਸੇਮ ਬੰਦੇ ਨੂੰ ਨਾ ਹਾਇਰ ਕਰਾਂ, ਸੇਮ ਬੰਦੇ ਨੂੰ ਨਾ ਹਾਇਰ ਕਰਾਂ। 15 ਜੁਲਾਈ ਤੱਕ CD ਫ੍ਰੀ ਮਿਲੇਗੀ ਜੀ, ਮੈਂ ਇਹਦੇ ਚ ਆਫਲਾਈਨ ਕੰਮ ਕਰ ਸਕਦੇ ਹੋ ਤੁਸੀਂ। ਇਹਦੇ ਚ ਰਜਤ ਜੀ ਦਾ ਹਾਂਜੀ ਰਜਤ ਜੀ ਅਜੇ ਤੱਕ ਤਾਂ ਦੂਆ ਸਾਹਿਬ ਕੋਈ ਸੌਫਟਵੇਅਰ ਵੀ ਨਜ਼ਰ ਆ ਰਿਹਾ, CD ਤਾਂ ਬੜੀ ਦੂਰ ਦੀ ਉਹ ਗੱਲ ਸਰ ਟਾਈਮ ਦਿਓ, ਹਾਲੇ ਮੈਂ ਇੱਕ ਗੱਲ ਫਾਈਲਿੰਗ 75 ਦਿਨ ਪਰੇ ਹੈ। ਮੈਂ ਇੱਕ ਗੱਲ ਦੂਆ ਸਾਹਿਬ ਕਿੰਨੇ ਦੁਕਾਨਦਾਰ ਨੇ ਜਿਨ੍ਹਾਂ ਦੁਕਾਨਾਂ ਤੇ ਕੰਪਿਊਟਰ ਲਿੰਕ ਆ ਜਾਏਗਾ ਨਾ, ਮੋਬਾਈਲ ਤੇ ਲਿੰਕ ਵੀ ਆਏਗਾ, ਕਰਨਾ ਪੈਣਾ ਮੋਬਾਈਲ ਤੇ ਵੀ ਲਿੰਕ ਆਏਗਾ ਪੱਕਾ। ਪਰਸੋਂ ਲੱਗ ਰਿਹਾ ਹੈ ਕੰਪਿਊਟਰ ਦੁਕਾਨਾਂ ਤੇ ਹੈ ਨਹੀਂ, ਤੇ ਗੱਲ ਅਸੀਂ ਸਿੱਧੀ ਜੀ ਗੱਲ ਕਰ ਰਹੇ ਹਾਂ, ਮੋਬਾਈਲ ਤੇ ਕਰੋ ਨਾ ਸਰ, ਮੈਂ ਤੁਹਾਨੂੰ ਛੋਟਾ ਜਿਹਾ ਜਵਾਬ ਦਵਾਂ। ਹਾਂਜੀ ਸਰ ਐਦਾਂ ਹੈ ਕਿ ਅੱਜ ਤੁਸੀਂ ਕਿਸੇ ਨੂੰ 50 ਪਲੱਸ ਜਾਂ 60 ਪਲੱਸ ਨੂੰ ਮਿਲਦੇ ਹੋ, ਫॉर एग्जांपल ਸਰ ਬੈਂਕ ਦੇ ਕਾਗਜ਼ ਹੋ ਗਏ, म्यूचुअल फंड हो, कुछ भी होगी, ਉਹ ਕਹਿੰਦਾ ਜੀ ਮੇਰੇ को कंप्यूटर में कुछ नहीं चाहिए, हाथ में प्रिंटेड दो। ਤੁਸੀਂ 30 ਜਿਹੜਾ 40 ਸਾਲ ਤੋਂ ਥੱਲੇ ਬੰਦਾ ਮਿਲਦਾ ਕਹਿੰਦਾ ਇਹ क्या मुझे रद्दी दे दिए, साइड पे करो, कंप्यूटर दो मुझे। ਸਰ ਤੁਸੀਂ ਜੋ ਗੱਲ ਕਹਿ ਰਹੇ ਹੋ ਅੱਜ ਦੀ ਡੇਟ 'ਚ ਤੁਸੀਂ ਕਾਪੀਆਂ 'ਚ ਲਿਖਦੇ ਹੋ ਜਾਂ ਅਕਾਊਂਟੈਂਟ ਤੁਹਾਡਾ ਕਾਪੀ ਲਿਖਦਾ ਹੈ, ਇਹ ਚੀਜ਼ ਕਾਪੀ ਦੀ ਹਟ ਕੇ ਡਾਇਰੈਕਟਲੀ ਕੰਪਿਊਟਰ 'ਤੇ ਹੋਣੀ ਸ਼ੁਰੂ ਹੋ ਜਾਏਗੀ। ਇਹ ਹੁਕਮ ਤੁਸੀਂ ਆਪਣੇ ਅਕਾਊਂਟੈਂਟ ਨੂੰ ਦੇਣਾ ਹੈ, ਇਹ ਤੁਸੀਂ ਕਹਿਣਾ ਹੈ। ਸਰ ਮੈਂ ਕਿਸੇ ਉੱਤੇ ਐਕਸਪਰਸ਼ਨ ਦੁਆਰਾ ਨਹੀਂ ਉਠਾ ਰਿਹਾ, ਕਾਪੀਆਂ 'ਚ ਇਸ ਕਰਕੇ ਲਿਖਿਆ ਜਾਂਦਾ ਹੈ ਕਿਉਂਕਿ ਉਹਦੇ 'ਚ ਕਈ ਚੀਜ਼ਾਂ ਇਹੋ ਜਿਹੀ ਹੁੰਦੀ ਕਿ ਜਿਹੜੀ ਪਾਣੀ ਹੈ, ਕਿਹੜੀ ਚੀਜ਼ ਨਹੀਂ ਪਾਣੀ ਹੈ। ਠੀਕ ਹੈ, ਮੈਂ ਇੱਕ ਗੱਲ ਇਹਦੇ 'ਚ ਔਰ ਐਡ ਕਰਦਾ, ਇੱਕ ਨਾ ਤੁਹਾਡੇ ਇਲੂਜਨ ਚੱਲ ਰਿਹਾ ਹੈ ਕਿ ਜਿਹੜਾ ਇਨਵॉइस ਹੈ ਉਹ ਸਾਰਾ ਆਨਲਾਈਨ ਮੇਨਟੇਨ ਹੋਏਗਾ ਜੀ, ਕੰਪਿਊਟਰਾਈਜ਼ ਬਿੱਲ ਤੁਸੀਂ ਕੱਟਣਾ ਹੈ, ਇਹ ਕੁਝ ਨਹੀਂ ਹੈ ਸਰ। ਤੁਹਾਡਾ ਜਿਹੜਾ ਮੈਨੂਅਲ ਬਿੱਲ ਉਹਨੇ ਚੱਲਦਾ ਆ ਰਿਹਾ GST ਦੇ ਅੰਦਰ ਵੀ ਉਦਾਂ ਹੀ ਕਟੇਗਾ ਤੇ ਉਦਾਂ ਹੀ ਤੁਸੀਂ ਰਿਟਰਨ ਭਰੋਗੇ, ਇਹਦੇ 'ਚ ਕੋਈ ਫਰਕ ਨਹੀਂ ਹੈ। ਦੂਜੀ ਗੱਲ, ਜਿਹੜਾ ਆਪਣਾ ਇੰਡੀਆ ਹੈਗਾ ਉਹਦੇ ਡੈਮੋਗ੍ਰਾਫਿਕ ਡਿਵੀਡੈਂਡ ਜਿਹੜਾ ਅਸੀਂ ਕਹਿੰਦੇ ਯੰਗ ਜਿਹੜੀ ਜਨਰੇਸ਼ਨ ਹੈਗੀ ਹੈ ਉਹ ਸਭ ਤੋਂ ਜ਼ਿਆਦਾ ਹੈਗੀ ਹੈ, ਤੇ ਹੁਣੇ ਜਦੋਂ ਇਹ ਚੇਂਜ ਆਏਗਾ ਯੰਗ ਜਨਰੇਸ਼ਨ ਉਹਨੂੰ ਅਡਾਪਟ ਕਰੇਗੀ, ਅਗਲੇ 4-5 ਸਾਲਾਂ ਤੱਕ ਤੁਸੀਂ ਦੇਖੋ ਕਿ ਇਹਦੇ 'ਚ ਕਿੰਨੀ ਇੰਪਰੂਵਮੈਂਟ ਆ ਕੇ ਸਾਡਾ ਦੇਸ਼ ਕਿੱਧਰ ਜਾ ਰਿਹਾ ਹੈ। ਬਿਲਕੁਲ। ਮੈਨੂੰ ਇੱਕ ਦੂਆ ਸਾਹਿਬ ਮੈਨੂੰ ਇਹ ਦੱਸੋ, ਦੋ ਚੀਜ਼ਾਂ ਦੱਸ ਦਿਓ ਕਿ ਸਾਡਾ ਮੁਲਕ GST ਨੂੰ ਐਕਸੈਪਟ ਕਰਨ ਲਈ ਤਿਆਰ ਹੈ, ਫੰਕਸ਼ਨਲ ਮਤਲਬ ਕਿ ਸਾਡੇ ਕੋਲ ਉਹ ਸੋਰਸਸ ਹੈਗੇ ਨੇ ਕਿ ਅਸੀਂ ਬਾਹਰਲੇ ਮੁਲਕਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਉੱਥੋਂ ਦਾ ਇਨਫਰਾਸਟ੍ਰਕਚਰ ਇੱਥੋਂ ਦਾ ਇਨਫਰਾਸਟ੍ਰਕਚਰ ਬਹੁਤ ਫਰਕ ਹੈ। ਪਹਿਲੀ ਗੱਲ ਇਹ। ਦੂਜੀ ਗੱਲ ਇਹ ਕਿ GST ਨੂੰ ਲਾਗੂ ਕਰਨ ਦੇ ਲਈ ਜਿਵੇਂ ਵਪਾਰੀ ਵਰਗ ਕਹਿੰਦਾ ਕਿ ਸਾਨੂੰ ਥੋੜਾ ਜਿਹਾ ਟਾਈਮ ਦੇਣਾ ਚਾਹੀਦਾ ਸੀ, ਉਹ ਟਾਈਮ ਦਿੱਤਾ ਜਾ ਸਕਦਾ ਸੀ ਜਾਂ ਨਹੀਂ? ਦੇਖੋ ਜੀ, ਇਸ ਤਰ੍ਹਾਂ ਟੂ ਬੀ ਵੈਰੀ ਓਨੈਸਟ ਵਿਦ ਯੂ ਕਿ ਤੁਹਾਡਾ ਸਵਾਲ ਦਾ ਜਵਾਬ ਸਿੱਧਾ ਇਹ ਹੈ ਕਿ ਅਸੀਂ ਇਸ ਟਾਈਮ ਕੋਈ ਲਗਭਗ 60-70% ਰੈਡੀ ਹਾਂ ਜੀ, 30-40% ਰੈਡੀ ਨਹੀਂ ਹੈਗੇ ਹਾਂ। ਉਸ ਦਾ ਇਲਾਜ ਸਰਕਾਰ ਨੇ ਇਹ ਕੱਢਿਆ ਹੈ ਕਿ ਜਿਸ ਤਰ੍ਹਾਂ ਭਾਈ ਸਾਹਿਬ ਨੇ ਕਿਹਾ ਸੀ ਕਿ ਸੁਵਿਧਾ ਸੈਂਟਰਸ ਆਣਗੇ। ਆਈ ਕੈਨ ਟੈਲ ਯੂ 90% ਜਿਹੜਾ ਸੈਂਟਰਲ ਐਕਸਾਈਜ਼ ਦਾ ਸਟਾਫ ਸੀ, ਕਸਟਮਸ ਦਾ ਸਟਾਫ ਸੀ, ਵੈਟ ਦਾ ਸਟਾਫ ਸੀ, ਸਾਰਿਆਂ ਨੂੰ ਇੱਕ ਆਪਸ਼ਨ ਦਿੱਤੀ ਗਈ ਸੀ 2 ਸਾਲ ਪਹਿਲੇ ਕਿ ਜਾਂ ਤਾਂ ਤੁਸੀਂ GST ਦੇ ਵਿੱਚ ਆ ਜਾਓ ਜਾਂ ਤੁਸੀਂ ਰਿਡੰਡੈਂਟ ਹੋ ਜਾਓ ਜਾਂ ਤੁਸੀਂ VSR ਲੈ ਲਓ। ਆਈ ਐਮ ਵੈਰੀ ਹੈਪੀ ਟੂ ਇਨਫੋਰਮ ਯੂ 90% ਲੋਕਾਂ ਨੇ, ਆਫਿਸਰਸ ਨੇ, ਕਲਰਕਸ ਨੇ GST ਦੇ ਵਿੱਚ ਟ੍ਰੇਨਿੰਗ ਲਈ ਹੈ ਐਂਡ ਦੇ ਆਰ ਦ ਵਨਸ, ਉਹਨਾਂ ਨੂੰ ਪੋਸਟ ਕੀਤਾ ਗਿਆ ਹੈ ਕਿ ਤੁਸੀਂ ਸੁਵਿਧਾ ਸੈਂਟਰ ਦੇ ਵਿੱਚ ਜੋ ਛੋਟਾ ਵਪਾਰੀ ਹੈ ਉਹਨਾਂ ਦੀ ਹੈਲਪ ਕਰੋ। ਪੁਆਇੰਟ ਨੰਬਰ 1। ਤੁਹਾਡਾ ਦੂਜਾ ਸਵਾਲ ਕੀ ਸੀ ਜੀ? ਮੇਰਾ ਦੂਜਾ ਸਵਾਲ ਇਹ ਸੀਗਾ ਕਿ ਅਸੀਂ ਇਸ ਨੂੰ ਥੋੜਾ ਡਿਲੇ ਕਰ ਸਕਦੇ ਸੀ। ਦੇਖੋ ਜੀ, ਉਹ ਅਗਰ ਤੁਸੀਂ ਸੈਪਟੈਂਬਰ ਕਹਿੰਦੇ, ਸੈਪਟੈਂਬਰ ਦਸੰਬਰ ਹੋ ਜਾਂਦਾ। 20 ਸਾਲ ਲੱਗੇ ਕਨਸੈਪਚੁਅਲ ਕਲੈਰਿਟੀ ਕਰਦੇ ਜਦੋਂ ਤੋਂ ਇਹ ਸਰਕਾਰ ਆਈ ਹੈ। ਦੇਖੋ ਇਹਨਾਂ ਦਾ ओरिजिनल ਕਨਸੈਪਟ ਨਹੀਂ ਹੈਗਾ ਹੈ, ਤੁਸੀਂ ਮੰਨ ਕੇ ਚਲੋ ਇਹ ਕਨਸੈਪਟ ਅਟਲ ਬਿਹਾਰੀ ਜੀ ਦੇ ਟਾਈਮ ਸ਼ੁਰੂ ਹੋਇਆ, ਫਿਰ ਮਨਮੋਹਨ ਜੀ ਦੇ ਟਾਈਮ ਇਹਨੂੰ ਬਿਲਕੁਲ ਪੂਰਾ ਰੂਪ ਦਿੱਤਾ ਗਿਆ, ਪਰ ਉਹਨਾਂ ਨੇ ਇੰਪਲੀਮੈਂਟ ਨਹੀਂ ਕੀਤਾ ਜੀ। ਇੰਪਲੀਮੈਂਟੇਸ਼ਨ ਇਜ਼ ਅ ਮਸਟ ਸਰ, ਚਾਹੇ ਤੁਹਾਡੀ ਮੀਡੀਓਕ੍ਰਿਟੀ ਸਟ੍ਰੈਟਜੀ ਵੀ ਹੋਏ, ਇੰਪਲੀਮੈਂਟ ਅਗਰ ਠੀਕ ਕਰਦੇ ਹੋ, ਵਧੀਆ ਕਰਦੇ ਹੋ, ਉਸ ਟਾਈਮ ਚਾਹੀਦਾ ਹੈ, 5-6 ਮਹੀਨੇ ਦਿਓ, ਯੂ ਵਿਲ ਸੀ ਦ ਰਿਜ਼ਲਟਸ। ਦੇ ਹੈਜ਼ ਟੂ ਬੀ ਅ ਪੁਆਇੰਟ। ਦੇਖੋ ਇਹ ਹਿਊਮਨ ਟੈਂਡੈਂਸੀ ਹੈ ਕਿ ਯਾਰ ਇਹ ਇੱਥੇ ਆ ਗਿਆ, ਚੱਲ ਥੋੜਾ ਜਿਹਾ ਟਾਈਮ ਹੋਰ ਲੈ ਲੈ, ਥੋੜਾ ਜਿਹਾ ਟਾਈਮ ਹੋਰ। ਆਪਣੇ ਕੋਲ ਟਾਈਮ ਘੱਟ ਹੈ ਦੂਆ ਸਾਹਿਬ, ਇੱਕ ਲਾਸਟ ਸਟੇਟਮੈਂਟ, ਕਿੰਨਾ ਬਦਲੇਗਾ ਮੇਰਾ ਮੁਲਕ GST ਤੋਂ ਬਾਅਦ? ਦੇਖੋ ਜੀ, ਅੱਜ ਦੀ ਤਾਰੀਖ ਦੇ ਵਿੱਚ ਅਗਰ ਤੁਸੀਂ ਦੇਖੋ ਇਨਕਮ ਟੈਕਸ ਦੇ ਨੰਬਰ ਦੀ ਗੱਲ ਕਰ ਲੈਂਦੇ ਆ, ਅੱਜ 4 ਕਰੋੜ ਲੋਕ E-ਫਾਈਲਿੰਗ ਕਰਦੇ ਨੇ ਜੀ ਇਨਕਮ ਟੈਕਸ ਦੀ, ਠੀਕ ਹੈ ਜੀ। ਵਪਾਰੀ ਤਬਕਾ ਸਿਰਫ 69 ਲੱਖ ਹੈਗਾ। ਅਗਰ 3 ਸਾਲ ਦੇ ਵਿੱਚ ਤੁਸੀਂ 1.5 ਕਰੋੜ ਤੋਂ E-ਫਾਈਲਿੰਗ ਦੇ ਵਿੱਚ 4 ਕਰੋੜ ਲੈ ਕੇ ਆਏ ਹੋ, GST ਤੇ ਬੜਾ ਗੇਮ ਚੇਂਜਰ ਹੈ ਸਰ। ਇਹ ਤੇ ਇਨਕਮ ਟੈਕਸ ਤੋਂ 100 ਟਾਈਮਸ ਵੱਡਾ ਹੈ। ਤੁਸੀਂ ਦੇਖੋ
ਅਸੀਂ ਫਿਰ ਮਿਲਾਂਗੇ, ਫਿਰ ਡਿਬੇਟ ਕਰਾਂਗੇ ਸਰ। ਇੱਕ ਸਿਲਵਰ ਲਾਈਨਿੰਗ ਬਹੁਤ ਖੂਬਸੂਰਤ ਹੈ ਸਰ, ਅੱਜ ਦੀ ਡੇਟ ਦੇ ਸਾਡੀ ਇਨਡਾਇਰੈਕਟ ਟੈਕਸ ਕਲੈਕਸ਼ਨ ਇੰਡਾਇਰੈਕਟ ਟੈਕਸ ਕਲੈਕਸ਼ਨ ਤਕਰੀਬਨ ਬਰਾਬਰ ਹੈ 7.5 ਲੱਖ ਕਰੋੜ ਦੀ, 15 ਲੱਖ ਕਰੋੜ ਦੀ। ਇਨ ਟਾਈਮਸ ਕੀ ਹੋਣ ਵਾਲਾ ਸਰ, ਸਾਡੀ ਡਾਇਰੈਕਟ ਕਲੈਕਸ਼ਨ ਇੰਡਾਇਰੈਕਟ ਕਲੈਕਸ਼ਨ ਜਿਹੜੀ ਇੰਡਾਇਰੈਕਟ ਉਹ 3 ਗੁਣਾ ਹੋ ਜਾਏਗੀ ਔਰ ਦੋਨੋਂ ਸਵੈਲ ਹੋ ਜਾਣਗੀਆਂ, ਕਿਉਂਕਿ ਜਿਹੜੀ ਅਨਆਰਗੇਨਾਈਜ਼ਡ ਸੈਕਟਰ ਆਰਗੇਨਾਈਜ਼ਡ ਹੋਏਗਾ। ਦੂਜੀ ਗੱਲ ਸਾਡੀ ਮਤਲਬ ਜਿਹੜੀ ਸਰਕਾਰ ਹੁਣ ਪ੍ਰੈਜ਼ੈਂਟ ਰਜੀਮ ਹੈਗੀ ਹੈ, ਇਹ ਟੈਕਸ ਸਲੈਬਸ ਨੂੰ ਘਟਾਉਣ ਦੀ ਵੀ ਤਰਫ ਅਗਰਸਰ ਹੋ ਗਈ ਹੈ ਔਰ ਟੈਕਸ ਸਲੈਬ ਨੂੰ ਵਧਾਉਣ ਦੀ ਤਰਫ ਵੀ ਹੋ ਗਈ ਹੈ। ਸੋ ਜੇ ਹੁਣ ਇੱਕ ਪ੍ਰਪੋਜ਼ਲ ਪਿੱਛੇ ਚੱਲ ਰਿਹਾ ਕਿ ਸ਼ਾਇਦ ਪਹਿਲਾ ਸਲੈਬ ਹੀ 10 ਲੱਖ ਤੱਕ ਕਰ ਦੇਣ, ਇਹ ਵੀ ਬਹੁਤ ਵੱਡਾ ਪ੍ਰਪੋਜ਼ਲ ਹੈ। ਔਰ ਇੱਕ ਵੱਡੀ ਗੱਲ ਇਹ ਹੈ ਜਿਹੜੀ ਫਾਈਨੈਂਸ਼ੀਅਲ ਈਅਰ ਚੇਂਜ ਕਰਨ ਵਾਲੇ ਨੇ ਉਹਦਾ ਦੇਖਦੇ ਹਾਂ ਜੀ ਇਹਦੇ ਉੱਤੇ ਕੀ ਇੰਪੈਕਟ ਹੋਏਗਾ। ਸੋ ਪਰ ਮੇਰੇ ਹਿਸਾਬ ਨਾਲ ਓਵਰਆਲ ਪ੍ਰੋਬਲਮਸ ਹੈਗੀਆਂ, ਟੀਜ਼ਿੰਗ ਪ੍ਰੋਬਲਮਸ ਕਿਸ ਚੀਜ਼ 'ਚ ਨਹੀਂ ਹੁੰਦੀ, ਅਸੀਂ ਪੈਂਟ ਪਾਉਂਦੇ ਹਾਂ ਨਵੀਂ ਤਦ ਵੀ ਪ੍ਰੋਬਲਮ ਹੁੰਦੀ ਹੈ ਜੀ, ਤੇ ਇਹ ਕੋਈ ਨਵੀਂ ਚੀਜ਼ ਨਹੀਂ ਹੈਗੀ ਹੈ। ਪਰ ਸਾਨੂੰ ਇੱਕ ਚੀਜ਼ ਇਹ ਮੰਨ ਲਈਏ, ਐਕਸੈਪਟ ਕਰਨਾ ਹੈ ਤੇ ਕਰਨਾ ਹੈ ਤੇ ਫਿਰ ਅੱਗੇ ਵਧਣਾ। ਜੇ ਨਹੀਂ ਕਰੋਗੇ ਤਾਂ ਜ਼ਬਰਦਸਤੀ ਲਾਗੂ ਤਾਂ ਹੋਣਾ ਹੀ ਹੈ ਜੀ। ਚਲੋ ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ। ਸੋ ਇਹ ਮੰਨ ਕੇ ਚੱਲੀਏ ਕਿ ਹਾਲ ਤੱਕ ਮਿੱਠੀਆਂ ਦਵਾਈਆਂ ਬੜੀਆਂ ਖਾ ਲੀਆਂ ਨੇ, ਬਿਮਾਰੀ ਫਿਰ ਵੀ ਦੂਰ ਨਹੀਂ ਹੋਈ। ਇਹ ਦਵਾਈ ਕੌੜੀ ਹੈ ਪਰ ਕਹਿੰਦੇ ਨੇ ਅਸਰ ਬੜਾ ਜ਼ਿਆਦਾ ਕਰੇਗੀ। ਹੁਣ ਦੇਖਣਾ ਹੋਏਗਾ, ਦਵਾਈ ਤਾਂ ਭਾਵੇਂ ਤੁਸੀਂ ਰਾਜੀ ਖੁਸ਼ੀ ਖਾ ਲਓ ਤਾਂ ਵੀ ਚੰਗਾ, ਜੇ ਨਹੀਂ ਖਾਓਗੇ ਤਾਂ ਜ਼ਬਰਦਸਤੀ ਸਰਕਾਰ ਨੇ ਤੁਹਾਡੇ ਮੂੰਹ 'ਚ ਪਾ ਤਾਂ ਦੇਣੀ ਹੈ। ਅਸਰ ਉਹਦਾ ਕੀ ਹੁੰਦਾ ਇਹ ਥੋੜਾ ਜਿਹਾ ਸਾਨੂੰ ਇੰਤਜ਼ਾਰ ਕਰਨਾ ਪਏਗਾ, ਪਰ ਜ਼ਿਆਦਾਤਰ ਪੈਨਲਿਸਟ ਕਹਿੰਦੇ ਨੇ ਕਿ ਅਸਰ ਬੜਾ ਸ਼ਾਨਦਾਰ ਹੋਣ ਵਾਲਾ। ਅਸਰ ਤੱਕ ਸਾਨੂੰ ਥੋੜਾ ਜਿਹਾ ਇੰਤਜ਼ਾਰ ਕਰਨਾ ਪਵੇਗਾ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।